ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 13 ਫਰਵਰੀ ਹੈ, ਦਿਨ ਐਤਵਾਰ ਹੈ ਤੇ ਅਗਲੇ ਐਤਵਾਰ ਨੂੰ 20 ਫਰਵਰੀ ਹੈ ਤੇ 20 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ। ਦਿਨ ਬਹੁਤ ਥੋੜੇ ਰਹਿ ਗਏ ਨੇ। ਐਤਵਾਰ ਦੇ ਦਿਨ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਆ। ਪਹਿਲੀ ਖਬਰ ਚੋਣਾਂ ਦੇ ਨਾਲ ਹੀ ਜੁੜੀ ਹੋਈ ਹੈ। ਚੋਣ ਕਮਿਸ਼ਨ ਨੇ 5 ਸੂਬਿਆਂ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਕੋਵਿਡ-19 ਕਾਰਨ ਲਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਹੋਰ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਹੁਣ ਪੈਦਲ ਯਾਤਰਾਵਾਂ ਦੀ ਇਜਾਜ਼ਤ ਦੇ ਦਿੱਤੀ ਹੈ। ਪੈਦਲ ਯਾਤਰਾਵਾਂ ਦੇ ਵਿੱਚ ਸੀਮਿਤ ਲੋਕਾਂ ਨਾਲ ਪ੍ਰਚਾਰ ਕਰਨ ਦੀ ਖੁੱਲ੍ਹ ਦਿੱਤੀ ਹੈ। ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਹੁਣ ਕੀਤਾ ਜਾ ਸਕੂਗਾ। ਇਸ ਤੋਂ ਪਹਿਲਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਹੀ ਕੀਤਾ ਜਾ ਸਕਦਾ ਸੀ। ਉਮੀਦਵਾਰਾਂ ਅਤੇ ਪਾਰਟੀਆਂ ਨੂੰ ਦਿਨ ਵਿੱਚ ਪ੍ਰਚਾਰ ਕਰਨ ਦੇ ਲਈ ਹੁਣ 4 ਹੋਰ ਘੰਟੇ ਮਿਲ ਗਏ ਨੇ। ਕੋਵਿਡ-19 ਕੇਸਾਂ 'ਚ ਵਾਧੇ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਨੇ ਰੈਲੀਆਂ, ਰੋਡ ਸ਼ੋਅਜ਼ ਅਤੇ ਪੈਦਲ ਯਾਤਰਾਵਾਂ ਤੇ ਪਾਬੰਦੀ ਲਾਈ ਹੋਈ ਸੀ। ਪਰ ਹੁਣ ਸਾਰੇ 5 ਸੂਬਿਆਂ ਦੇ ਵਿੱਚ ਸਾਰੇ ਉਮੀਦਵਾਰ ਖੁੱਲ੍ਹੇ ਥਾਂ ਤੇ ਵੱਧ ਤੋਂ ਵੱਧ 50% ਸਮਰੱਥਾ ਦੇ ਨਾਲ ਪ੍ਰਚਾਰ ਕਰ ਸਕਦੇ ਨੇ। ਯਾਨੀ ਕਿ ਇੱਕ ਵੱਡਾ ਜੇ ਗਰਾਊਂਡ ਹੈ ਉਹਦੇ ਵਿੱਚ ਜੇ 100% ਸਮਰੱਥਾ ਜਿੰਨੇ ਲੋਕ ਉਹ 'ਚ ਖੜ ਸਕਦੇ ਨੇ ਉਦੋਂ ਅੱਧਿਆਂ ਦੇ ਨਾਲ ਇਜਾਜ਼ਤ ਦੇ ਦਿੱਤੀ ਗਈ ਹੈ। ਮੀਟਿੰਗਾਂ ਤੇ ਰੈਲੀਆਂ 30% ਸਮਰੱਥਾ ਨਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪੈਦਲ ਯਾਤਰਾਵਾਂ 'ਚ ਸੂਬਾ ਆਫਤ ਪ੍ਰਬੰਧਨ ਅਧਿਕਾਰੀਆਂ ਦੇ ਵੱਲੋਂ ਤੈਅ ਲੋਕਾਂ ਦੀ ਗਿਣਤੀ ਹੀ ਹਿੱਸਾ ਲੈ ਸਕੂਗੀ। ਯਾਨੀ ਕਿ ਪੈਦਲ ਯਾਤਰਾ, ਪੈਦਲ ਰੈਲੀ ਜੇ ਕੱਢਣੀ ਹੈਗੀ ਹੈ ਤਾਂ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਜਾਂ ਸੂਬੇ ਦੇ ਜਿਹੜੇ ਅਧਿਕਾਰੀ ਨੇ ਜਿੰਨੀ ਇਜਾਜ਼ਤ ਦੇਣਗੇ ਉਨੀ ਦੇ ਵਿੱਚ ਕਰ ਸਕਦੇ ਨੇ। ਕਾਂਗਰਸ ਲੀਡਰ ਪ੍ਰਿਯੰਕਾ ਗਾਂਧੀ ਅੱਜ ਪੰਜਾਬ ਪਹੁੰਚਣਗੇ। ਕੋਟਕਪੂਰਾ ਦੇ ਵਿੱਚ ਪ੍ਰਿਯੰਕਾ ਦੀ ਚੋਣ ਰੈਲੀ ਹੋਏਗੀ। ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਹਲਕੇ ਦੇ ਵਿੱਚ 40 ਸਾਲਾਂ ਬਾਅਦ ਰੈਲੀ ਕਰੇਗਾ। ਇੰਦਰਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਵੀ ਕੋਟਕਪੂਰੇ ਦਾ ਦੌਰਾ ਇਸ ਤੋਂ ਪਹਿਲਾਂ ਕਰ ਚੁੱਕੇ ਨੇ। ਪ੍ਰਿਯੰਕਾ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਹੋਣਗੇ ਤੇ ਜ਼ਾਹਿਰ ਤੌਰ ਤੇ ਨਵਜੋਤ ਸਿੰਘ ਸਿੱਧੂ ਵੀ ਪਹੁੰਚਣ, ਪਰ ਪੱਕੀ ਜਾਣਕਾਰੀ ਸਾਨੂੰ ਨਹੀਂ ਮਿਲ ਸਕੀ ਹੈ। ਪਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਅਤੇ ਪ੍ਰਿਯੰਕਾ ਗਾਂਧੀ ਦੀ ਆਪਸ ਦੇ ਵਿੱਚ ਨੇੜਤਾ ਹੈ ਇੱਕ ਲੀਡਰ ਦੇ ਵਜੋਂ, ਤਾਂ ਜ਼ਾਹਿਰ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਪਹੁੰਚਣ ਦੀ ਆਸ ਹੈ ਤੇ ਪੁਲਿਸ ਨੇ ਇੱਥੇ ਸੁਰੱਖਿਆ ਸਖਤ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੱਲ ਨੂੰ ਪੰਜਾਬ ਪਹੁੰਚਣਗੇ। ਮੋਦੀ ਦੀਆਂ ਜਲੰਧਰ, ਪਠਾਨਕੋਟ ਤੇ ਅਬੋਹਰ ਦੇ ਵਿੱਚ 3 ਦਿਨ ਰੈਲੀਆਂ ਹੋਣੀਆਂ ਨੇ, 14 ਫਰਵਰੀ, 16 ਤੇ 17 ਫਰਵਰੀ ਤੇ ਰੈਲੀਆਂ ਦੇ ਮੌਕੇ ਚੌਕਸੀ ਵਧਾ ਦਿੱਤੀ ਗਈ ਹੈ। ਕੇਂਦਰੀ ਏਜੰਸੀਆਂ ਨੇ ਜਿਹੜੀਆਂ ਰੈਲੀ ਵਾਲੀ ਥਾਂ ਤੇ ਪੂਰਾ ਜਾਇਜ਼ਾ ਲੈ ਰਹੀਆਂ ਨੇ ਤੇ ਇਸ ਰੈਲੀ ਤੋਂ ਪਹਿਲਾਂ ਕਿਸਾਨਾਂ ਨੇ ਤਿੱਖੇ ਵਿਰੋਧ ਦਾ, ਸ਼ਾਂਤਮਈ ਵਿਰੋਧ ਦਾ ਐਲਾਨ ਵੀ ਕਰ ਦਿੱਤਾ ਹੈ, ਪਰ ਵੱਡੇ ਵਿਰੋਧ ਹੋਣਗੇ। ਪੁਲਿਸ ਦੀ ਸਿਰਦਰਦੀ ਜ਼ਰੂਰ ਵੱਧ ਗਈ ਹੈ। ਚੋਣ ਕਮਿਸ਼ਨ ਨੇ ਵੀ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੇ ਮੌਕੇ ਲੋੜੀਂਦੇ ਪ੍ਰਬੰਧ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਉਹ ਜ਼ਰੂਰ ਕੀਤੇ ਜਾਣ, ਕੋਈ ਵੀ ਢਿੱਲ ਨਾ ਵਰਤੀ ਜਾਵੇ। ਮੋਦੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅੱਜ ਲੁਧਿਆਣਾ ਪਹੁੰਚਣਗੇ ਅਤੇ ਆਪਣੀ ਪਾਰਟੀ ਗੱਠਜੋੜ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਬੀਜੇਪੀ ਨੇ ਕੱਲ ਪੰਜਾਬ ਦੇ ਲਈ ਆਪਣਾ ਸੰਕਲਪ ਪੱਤਰ ਵੀ ਜਾਰੀ ਕਰ ਦਿੱਤਾ ਹੈ। ਹਰਦੀਪ ਸਿੰਘ ਪੁਰੀ ਸਮੇਤ ਹੋਰ ਲੀਡਰਾਂ ਨੇ ਜਾਰੀ ਕੀਤਾ ਤੇ ਪੰਜਾਬੀਆਂ ਦੇ ਲਈ ਸਰਕਾਰੀ ਨੌਕਰੀਆਂ 'ਚ 75% ਰਾਖਵੇਂ ਕਰਨ ਦਾ ਵਾਅਦਾ ਕੀਤਾ ਹੈ। ਹੋਰ ਵੀ ਕਈ ਵਾਅਦੇ ਨੇ ਜਿਹੜੇ ਖਬਰਾਂ ਦੇ ਵਿਸਤਾਰ 'ਚ ਅਸੀਂ ਤੁਹਾਨੂੰ ਦੱਸਾਂਗੇ। JP ਨੱਡਾ ਕੌਮੀ ਲੀਡਰ ਨੇ ਜਿਹੜੇ ਬੀਜੇਪੀ ਦੇ, ਉਹ ਵੀ ਪਹੁੰਚੇ ਹੋਏ ਸੀ ਪੰਜਾਬ ਤੇ ਉਹਨਾਂ ਨੇ ਕਾਂਗਰਸ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ, ਜਦਕਿ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ। ਤੇ ਇਸੇ ਤਰ੍ਹਾਂ ਹੀ ਜੋ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੈ ਉਸ ਦੇ ਲੀਡਰ ਵੀ ਕਾਂਗਰਸ ਤੇ ਹੀ ਤਿੱਖੇ ਨਿਸ਼ਾਨੇ ਲਾਉਂਦੇ ਨੇ। ਅਕਾਲੀਆਂ ਦਾ ਨਾਮ ਵੀ ਘੱਟ ਲਿਆ ਜਾਂਦਾ ਹੈ ਤੇ ਬੀਜੇਪੀ ਦਾ ਨਾਮ ਵੀ ਘੱਟ ਲਿਆ ਜਾਂਦਾ ਹੈ। ਅੰਦਰ ਖਾਤੇ ਕੀ ਸਿਆਸਤ ਪੱਕ ਰਹੀ ਹੈ ਇਹ ਤਾਂ ਸ਼ਾਇਦ ਸਾਡੇ ਵਰਗੇ ਸਮਝ ਵੀ ਨਹੀਂ ਸਕਦੇ। ਕੱਲ ਜਗਰਾਉਂ ਦੇ ਨਜ਼ਦੀਕੀ ਕਸਬੇ ਹਠੂਰ ਦੇ ਵਿੱਚ ਬੀਜੇਪੀ ਉਮੀਦਵਾਰ ਕੰਵਰ ਨਰਿੰਦਰ ਸਿੰਘ ਦੇ ਹੱਕ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਹੁੰਚਣਾ ਸੀ, ਪਰ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਇੱਥੇ ਕਿਸਾਨ ਇਕੱਠੇ ਹੋ ਗਏ ਤੇ ਕਿਸਾਨਾਂ ਨਾਲ ਟਕਰਾਅ ਤੋਂ ਬਚਣ ਲਈ ਬੀਜੇਪੀ ਨੂੰ ਖੱਟਰ ਦੀ ਰੈਲੀ ਰੱਦ ਕਰਨੀ ਪਈ। ਲੱਦੜ ਦੀ ਰੈਲੀ ਵਿੱਚ ਵੀ ਖੱਟਰ ਨਹੀਂ ਪਹੁੰਚ ਸਕੇ। ਲੁਧਿਆਣਾ ਜਿਹੜਾ ਸਨਅਤੀ ਸ਼ਹਿਰ ਹੈ ਉੱਥੇ ਹਲਕਾ ਗਿੱਲ ਤੋਂ ਬੀਜੇਪੀ ਦੇ ਉਮੀਦਵਾਰ SR ਲੱਦੜ ਦੇ ਹੱਕ ਵਿੱਚ ਵੀ ਪਹੁੰਚਣਾ ਸੀ। ਰੈਲੀ ਵਾਲੀ ਥਾਂ ਤੇ ਫਿਰ ਕਿਸਾਨਾਂ ਨੇ ਜੇਤੂ ਰੈਲੀ ਕੀਤੀ। ਜਿੱਥੇ ਬੀਜੇਪੀ ਦੀ ਰੈਲੀ ਹੋਣੀ ਸੀ ਉੱਥੇ ਕਿਸਾਨਾਂ ਦੀ ਰੈਲੀ ਹੋਈ। ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਆਪਣਾ ਪੰਜਾਬ ਮਾਡਲ ਜਾਰੀ ਕਰ ਦਿੱਤਾ ਹੈ। ਇਸ ਪੰਜਾਬ ਮਾਡਲ ਦੇ ਵਿੱਚ ਕੀ ਕੁਛ ਅਸੀਂ ਵੱਖਰੇ ਤੌਰ ਤੇ ਵੀ ਵੀਡੀਓ ਪਾਈ ਹੈ ਤੇ ਖਬਰਾਂ ਦੇ ਵਿਸਤਾਰ 'ਚ ਵੀ ਤੁਹਾਨੂੰ ਦੱਸਾਂਗੇ। ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਲੰਬੀ ਹਲਕੇ ਦੇ ਵਿੱਚ ਧੂਆਂਧਾਰ ਚੋਣ ਪ੍ਰਚਾਰ ਕਰ ਰਹੇ ਨੇ। ਸਭ ਤੋਂ ਵੱਡੀ ਉਮਰ ਦੇ ਵਿਧਾਇਕ ਨੇ ਪੰਜਾਬ ਦੇ ਵਿੱਚ ਤੇ ਬਾਦਲ ਕਹਿ ਰਹੇ ਨੇ ਕਿ ਵਾਅਦੇ ਪੂਰੇ ਨਾ ਕਰਨ ਵਾਲੀ ਪਾਰਟੀ ਦੀ ਮਾਨਤਾ ਰੱਦ ਹੋਣ ਦਾ ਕਾਨੂੰਨ ਬਣਨਾ ਚਾਹੀਦਾ ਹੈ। ਮੰਗ ਤਾਂ ਬਾਦਲ ਸਾਹਿਬ ਦੀ ਬਹੁਤ ਵਧੀਆ, ਪਰ ਇਹਦੇ ਵਿੱਚ ਇਹਨਾਂ ਦੀ ਆਪਣੀ ਪਾਰਟੀ ਹੈ ਜਿਹੜੀ ਉਹ ਵੀ ਜ਼ਰੂਰ ਘੜੀਸੀ ਜਾਊਗੀ, ਕਿਉਂਕਿ ਪਿਛਲੇ 10 ਸਾਲਾਂ ਦੇ ਕਾਰਜਕਾਲ ਦੇ ਵਿੱਚ ਜੋ ਲੋਕਾਂ ਦਾ ਰੁੱਸਾ ਹੈ, ਜਿਸ ਤਰੀਕੇ ਨਾਲ ਪਾਰਟੀ ਦੇ ਹਾਲਾਤ ਹੋਏ ਨੇ,
ਲੋਕਾਂ ਦੇ ਰੋਸੇ ਦੇ ਚੱਲਦਿਆਂ ਤਾਂ ਉੱਥੇ ਵੀ ਜਵਾਬ ਸ਼ਾਇਦ ਦੇਣਾ ਪਊਗਾ। ਕਿਸਾਨ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਤਿੱਖੇ ਵਿਰੋਧ ਦੀਆਂ ਤਿਆਰੀਆਂ ਕਰ ਰਹੇ ਨੇ, ਉੱਥੇ ਹੀ ਕਿਸਾਨਾਂ ਨੇ ਬੀਜੇਪੀ ਦੇ ਬਾਈਕਾਟ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਹੁਣ ਵਹਿਣ ਕੋਈ ਪਤਾ ਨਹੀਂ ਕਿੱਧਰ ਨੂੰ ਵਹਿ ਜਾਵੇ, ਕਿਉਂਕਿ ਆਸ਼ੀਸ਼ ਮਿਸ਼ਰਾ ਨੂੰ ਜਦੋਂ ਜ਼ਮਾਨਤ ਮਿਲੀ ਹੈ ਤੇ ਉਧਰ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ, ਤਾਂ ਕਿਸਾਨ ਨੇ ਜਿਹੜਾ ਉਹ ਵਿਰੋਧ ਤੇ ਉਤਰੇ ਹੋਏ ਨੇ। ਕੁਝ ਅਪਡੇਟਸ ਤੁਹਾਨੂੰ ਦਿੰਨੇ ਆ। ਇੱਕ ਤਾਂ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ, ਇੱਥੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਦੇ ਵਿੱਚ ਬੀਜੇਪੀ ਉਮੀਦਵਾਰ ਰੇਣੂ ਕਸ਼ਯਪ ਦੇ ਚੋਣ ਪ੍ਰਚਾਰ ਲਈ ਪਹੁੰਚੇ ਸੀ ਲੋਕ ਸਭਾ ਮੈਂਬਰ ਹੰਸ ਰਾਜ ਹੰਸ। ਇਹਨਾਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ। ਕਿਸਾਨ ਤੇ ਬੀਜੇਪੀ ਵਰਕਰ ਇੱਥੇ ਆਮੋ ਸਾਹਮਣੇ ਹੋਏ। ਪੁਲਿਸ ਨੇ ਦਖਲ ਦੇ ਕੇ ਟਕਰਾਅ ਤੋਂ ਰੋਕਿਆ। ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਵਾਲੇ ਹੰਸ ਰਾਜ ਹੰਸ ਗੁਰਦਾਸਪੁਰ ਤੋਂ ਬਾਅਦ ਜੇ ਤੁਹਾਨੂੰ ਲੈ ਜਾਈਏ ਹਲਕਾ ਸਰਦੂਲਗੜ੍ਹ ਮਾਨਸਾ ਜ਼ਿਲ੍ਹੇ ਵੱਲ, ਤਾਂ ਇੱਥੇ ਵੀ ਕਿਸਾਨਾਂ ਨੇ ਬੀਜੇਪੀ ਉਮੀਦਵਾਰ ਦਾ ਘਿਰਾਓ ਕੀਤਾ। ਹਾਲਾਂਕਿ ਬੀਜੇਪੀ ਉਮੀਦਵਾਰ ਜਗਜੀਤ ਸਿੰਘ ਮਿਲਖਾ ਉਹ ਕਹਿੰਦੇ ਸੀ ਕਿ ਵੋਟ ਮੰਗਣਾ ਤਾਂ ਹਰ ਸਿਆਸੀ ਲੀਡਰ ਦਾ ਸੰਵਿਧਾਨਿਕ ਹੱਕ ਹੈ। ਜਗਜੀਤ ਸਿੰਘ ਮਿਲਖਾ ਦਾ ਪਿੰਡ ਖਿਆਲੀ ਚਹਿਲਾਂ ਵਾਲੀ ਰਾਮਾਨੰਦੀ ਭਲਾਈਕੇ ਤੇ ਉੱਡਤ ਭਗਤ ਰਾਮ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ। ਉੱਡਤ ਭਗਤ ਰਾਮ ਦੇ ਵਿੱਚ ਤਾਂ ਕਿਸਾਨਾਂ ਨੇ ਬੀਜੇਪੀ ਲੀਡਰ ਨੂੰ ਅੱਗੇ ਵਧਣ ਤੋਂ ਹੀ ਰੋਕ ਦਿੱਤਾ। ਕਿਸਾਨਾਂ ਦਾ ਰੋਸਾ ਹੈ ਕਿ ਸਾਡੇ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ। ਬੀਜੇਪੀ ਨੇ ਇੱਕ ਸ਼ਬਦ ਤੱਕ ਨਹੀਂ ਉਹਨਾਂ ਲਈ ਬੋਲਿਆ, ਨਾ ਹੀ ਮਾਫੀ ਮੰਗੀ ਹੈ ਤੇ ਅਸੀਂ ਜਿਹੜੇ ਵੀ ਉਮੀਦਵਾਰ ਇੱਥੇ ਆਉਣਗੇ ਬੀਜੇਪੀ ਦੇ, ਉਹਨਾਂ ਦਾ ਇਸੇ ਤਰ੍ਹਾਂ ਵਿਰੋਧ ਕਰਾਂਗੇ। ਇਕੱਲਾ ਬੀਜੇਪੀ ਦਾ ਹੀ ਨਹੀਂ, ਹੋਰ ਉਮੀਦਵਾਰਾਂ ਦਾ ਵੀ ਵਿਰੋਧ ਹੋ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਦਾ ਅਬੁਲ ਖੁਰਾਣਾ ਦੇ ਵਿੱਚ ਵਿਰੋਧ ਹੋਇਆ ਹੈ। ਮਲੋਟ ਹਲਕੇ ਦੇ ਪਿੰਡ ਅਬੁਲ ਖੁਰਾਣਾ ਦੇ ਵਿੱਚ ਜਦੋਂ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਪਹੁੰਚੀ, ਉਸਨੂੰ ਸਵਾਲ ਪੁੱਛੇ ਤਾਂ ਕਾਂਗਰਸੀ ਲੀਡਰ ਨੇ ਰੂਬੀ ਨੇ ਤਲਖ ਲਹਿਜ਼ੇ ਦੇ ਵਿੱਚ ਜਵਾਬ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਂਗਰਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਰੁਪਿੰਦਰ ਰੂਬੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਈ ਹੈ। ਭਵਾਨੀਗੜ੍ਹ ਦੇ ਪਿੰਡ ਘਰਾਂਚੋ ਦੇ ਵਿੱਚ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਨਿਹਾਲ ਸਿੰਘ ਵਾਲਾ ਦੇ ਵਿੱਚ ਕਾਂਗਰਸੀ ਉਮੀਦਵਾਰ ਭੁਪਿੰਦਰ ਸਿੰਘ ਸਾਹੋਕੇ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਰੋਧ ਕੀਤਾ। ਉਹਨਾਂ ਨੇ ਕਈ ਸਵਾਲ ਪੁੱਛੇ ਕਾਂਗਰਸੀ ਉਮੀਦਵਾਰ ਨੂੰ, ਪਰ ਜਵਾਬ ਨਹੀਂ ਦੇ ਸਕੇ, ਜਿਸ ਤੋਂ ਬਾਅਦ ਨਾਅਰੇਬਾਜ਼ੀ ਹੋਈ। ਇਸੇ ਤਰ੍ਹਾਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਕੋਟ ਫੱਤਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਹਰਸਿਮਰਤ ਕੌਰ ਬਾਦਲ ਦਾ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਰੋਧ ਕੀਤਾ। ਹਾਲਾਂਕਿ ਪੁਲਿਸ ਨੇ ਕਿਸਾਨਾਂ ਨੂੰ ਚੋਣ ਰੈਲੀ ਵਾਲੇ ਪੰਡਾਲ ਵਿੱਚ ਜਾਣ ਤੋਂ ਰੋਕ ਦਿੱਤਾ। ਉਧਰ ਸੰਯੁਕਤ ਸਮਾਜ ਮੋਰਚੇ ਦੇ ਮਾਨਸਾ ਤੋਂ ਉਮੀਦਵਾਰ ਨੇ ਚੋਣ ਮੈਦਾਨ 'ਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਖੱਬੀਆਂ ਧਿਰਾਂ ਸਮੇਤ ਮੋਰਚੇ ਦੇ ਉਮੀਦਵਾਰਾਂ ਨੂੰ ਚੋਣਾਂ 'ਚੋਂ ਬਾਹਰ ਆਉਣ ਦੀ ਸਲਾਹ ਵੀ ਦਿੱਤੀ ਹੈ। ਕਿਸਾਨ ਲੀਡਰ ਰੁਲਦੂ ਸਿੰਘ ਦੀ ਅਗਵਾਈ ਦੇ ਵਿੱਚ ਇਹ ਐਲਾਨ ਕੀਤਾ ਗਿਆ ਹੈ। ਗੁਰਨਾਮ ਸਿੰਘ ਭਿੱਖੀ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮ ਵਾਪਸ ਲੈ ਲਿਆ, ਯਾਨੀ ਕਿ ਹੁਣ ਚੋਣਾਂ ਨਹੀਂ ਲੜਨਗੇ। ਇਹਨਾਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਮੁੜ ਤੋਂ ਸੰਘਰਸ਼ ਦੇ ਵਿੱਚ ਕੁੱਦਿਆ ਜਾਵੇ। ਪੰਜਾਬ ਕਿਸਾਨ ਯੂਨੀਅਨ ਦੇ ਵੱਲੋਂ ਵੀ 14 ਤੋਂ 16 ਫਰਵਰੀ ਤੱਕ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਦੇ ਵਿਰੋਧ ਵਿੱਚ ਮੋਦੀ ਦੇ ਪੁਤਲੇ ਸਾੜੇ ਜਾਣ ਅਤੇ ਪ੍ਰਧਾਨ ਮੰਤਰੀ ਦੀ ਫੇਰੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਸੋ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਤਿੱਖਾ ਹੁੰਦਾ ਜਾ ਰਿਹਾ ਹੈ। ਕੱਲ ਨੂੰ ਮੋਦੀ ਜੀ ਨੇ ਪੰਜਾਬ ਆਉਣਾ ਹੈ। ਹੋ ਸਕਦਾ ਹੈ ਕਿ ਕਿਸਾਨਾਂ ਦੇ ਲਈ ਪ੍ਰਧਾਨ ਮੰਤਰੀ ਮੋਦੀ ਕੋਈ ਵੱਡਾ ਐਲਾਨ ਲੈ ਕੇ ਆਉਣ। ਉਧਰ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ 180 ਦਿਨ ਬਾਅਦ ਵੀ ਇਨਸਾਫ ਨਾ ਮਿਲਣ ਕਾਰਨ ਪੀੜਤ ਪਰਿਵਾਰ ਰੋਸ ਦੇ ਵਿੱਚ ਹੈ। ਇਨਸਾਫ ਦੇ ਲਈ ਹਸਤਾਖਰ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਹੈ। ਵਿੱਕੀ ਮਿੱਡੂ ਖੇੜਾ ਦੇ ਭਰਾ ਅਜੇਪਾਲ ਮਿੱਡੂ ਖੇੜਾ ਨੇ ਕਿਹਾ ਕਿ ਵਿੱਕੀ ਦੇ ਕਤਲ ਨੂੰ 6 ਮਹੀਨੇ ਬੀਤਣ ਦੇ ਬਾਵਜੂਦ ਵੀ ਦੋਸ਼ੀਆਂ ਦਾ ਪਤਾ ਨਹੀਂ ਲੱਗਿਆ। ਉਹਨਾਂ ਨੇ ਇਸ ਮਾਮਲੇ ਦੀ CBI ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅਰੁਣਾਚਲ ਪ੍ਰਦੇਸ਼ ਦੇ ਤਮਾਂਗ ਦੇ ਵਿੱਚ ਸ਼ਹੀਦ ਹੋਏ ਪਿੰਡ ਚੱਕੜ ਦੇ ਰਾਈਫਲਮੈਨ ਅਕਸ਼ੇ ਪਠਾਨੀਆ ਨੂੰ ਉਸ ਦੀ ਮਾਂ ਨੇ ਮੋਢਾ ਦੇ ਕੇ ਘਰੋਂ ਅੰਤਿਮ ਵਿਦਾਈ ਦਿੱਤੀ। 6 ਫਰਵਰੀ ਨੂੰ ਚੀਨ ਨਾਲ ਲੱਗਦੀ ਸਰਹੱਦ ਤੇ ਗਸ਼ਤ ਦੌਰਾਨ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਕਾਰਨ ਸ਼ਹੀਦ ਹੋਣ ਵਾਲੇ 7 ਜਵਾਨਾਂ ਦੇ ਵਿੱਚ ਅਕਸ਼ੇ ਪਠਾਨੀਆ ਵੀ ਸ਼ਾਮਿਲ ਸੀ। ਉਹ ਵੀ ਸ਼ਹੀਦ ਹੋ ਗਏ ਸੀ। ਸ਼ਹੀਦ ਦੀ ਤਿਰੰਗੇ ਝੰਡੇ ਵਿੱਚ ਲਿਪਟੀ ਦੇ ਘਰ ਪਹੁੰਚੀ ਮਾਤਾ ਪਿਤਾ ਸਮੇਤ ਸਾਰੇ ਪਰਿਵਾਰ ਦਾ ਬੁਰਾ ਹਾਲ ਸੀ। ਅੰਤਿਮ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ ਹੋਏ ਸੀ ਅਤੇ ਪੂਰੇ ਫੌਜੀ ਸਨਮਾਨਾਂ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਚੋਣਾਂ ਦੀਆਂ ਇੱਕ ਦੋ ਹੋਰ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ ਆਪਣੇ ਹਲਕਾ ਚਮਕੌਰ ਸਾਹਿਬ ਦੇ ਵਿੱਚ ਪਹੁੰਚੇ ਹੋਏ ਸੀ ਤੇ ਚਰਨਜੀਤ ਚੰਨੀ ਨੇ ਮੋਟਰਸਾਈਕਲ ਤੇ ਵੋਟਾਂ ਮੰਗੀਆਂ ਨੇ। ਕਈ ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੇ ਲਈ ਵੋਟਾਂ ਮੰਗੀਆਂ ਨੇ ਅਤੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ। ਉਧਰ ਅੰਮ੍ਰਿਤਸਰ ਪੂਰਬੀ ਸੀਟ ਦੇ ਉੱਤੇ ਮਜੀਠੀਆ ਅਤੇ ਸਿੱਧੂ ਇੱਕ ਦੂਸਰੇ ਦੇ ਖਿਲਾਫ ਕੀ ਇਲਜ਼ਾਮਬਾਜ਼ੀਆਂ ਕਰ ਰਹੇ ਨੇ, ਖਬਰਾਂ ਦੇ ਵਿਸਤਾਰ ਵਿੱਚ ਦੱਸਾਂਗੇ। ਪਰ ਉੱਥੋਂ ਇੱਕ ਹੋਰ ਅਪਡੇਟ ਇਹ ਹੈ ਕਿ ਹਲਕਾ ਪੂਰਬੀ ਤੋਂ ਚੋਣ ਲੜ ਰਹੇ ਬੀਜੇਪੀ ਦੇ ਉਮੀਦਵਾਰ ਜਗਮੋਹਨ ਸਿੰਘ ਰਾਜੂ ਨੇ ਹਮਲਾ ਹੋਣ ਦਾ ਦੋਸ਼ ਲਾਉਂਦੇ ਹੋਏ ਅੰਮ੍ਰਿਤਸਰ ਦੇ ਹਾਲਗੇਟ ਤੇ ਧਰਨਾ ਲਾਇਆ ਹੈ ਤੇ ਇੱਥੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਸਮੇਤ ਹੋਰ ਸਮਰਥਕ ਵੀ ਹਾਜ਼ਰ ਹਨ।
ਰਾਜਪੁਰਾ ਦੇ ਵਿੱਚ ਸਿਆਸੀ ਧਮਾਕਾ ਹੋਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜੀ ਆਪਣੇ ਸਾਥੀਆਂ ਸਮੇਤ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵਿੱਚ ਬੀਜੇਪੀ 'ਚ ਸ਼ਾਮਿਲ ਹੋ ਗਏ ਤੇ ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਐਮਪੀ ਬਣਨ ਵਾਲੇ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਇਸ ਪਾਰਟੀ ਨੂੰ ਛੱਡ ਚੁੱਕੇ ਨੇ ਜਾਂ ਪਾਰਟੀ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਹੈ, ਉਹਨਾਂ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਬੀਜੇਪੀ ਤੋਂ ਵੀ ਵੱਧ ਖਤਰਨਾਕ ਹੈ। ਆਮ ਆਦਮੀ ਪਾਰਟੀ ਉੱਤੇ ਆਰਐਸਐਸ ਦੀ ਵਿਚਾਰਧਾਰਾ ਤੇ ਚੱਲਣ ਦਾ ਦੋਸ਼ ਲਾਇਆ ਹੈ। ਗਾਂਧੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸੰਸਦ ਮੈਂਬਰਾਂ ਨੂੰ ਲੋਕ ਸਭਾ ਵਿੱਚ ਆਪਣੀ ਮਰਜ਼ੀ ਨਾਲ ਬੋਲਣ ਵੀ ਨਹੀਂ ਸੀ ਦਿੰਦੇ। ਪਹਿਲੀ ਵਾਰੀ ਕਹਿੰਦੇ ਜਦੋਂ ਮੈਂ ਲੋਕ ਸਭਾ ਦੇ ਵਿੱਚ ਬੋਲਣਾ ਸੀ ਤਾਂ ਪੰਜਾਬ ਭਵਨ ਠਹਿਰਿਆ ਹੋਇਆ ਸੀ, ਰਾਘਵ ਚੱਡਾ ਆਏ ਤੇ ਕਹਿਣ ਲੱਗੇ ਕਿ ਕੇਜਰੀਵਾਲ ਨੇ 4 ਮੰਗਾਂ ਬਾਰੇ ਬੋਲਣ ਲਈ ਕਿਹਾ। ਧਰਮਵੀਰ ਗਾਂਧੀ ਨੇ ਕਿਹਾ ਕਿ ਮੈਂ ਦੇਖ ਕੇ ਹੈਰਾਨ ਹੋ ਗਿਆ ਸੀ ਕਿ 4 ਮੰਗਾਂ ਦਿੱਲੀ ਨਾਲ ਸੰਬੰਧਿਤ ਸੀ। ਕਹਿੰਦੇ ਉਸੇ ਵੇਲੇ ਰਾਘਵ ਚੱਡਾ ਨੂੰ ਮੈਂ ਕਹਿ ਦਿੱਤਾ ਸੀ ਕਿ ਮੈਨੂੰ ਪਟਿਆਲੇ ਦੇ ਲੋਕਾਂ ਨੇ ਚੁਣ ਕੇ ਭੇਜਿਆ ਤੇ ਉਹਨਾਂ ਦੀਆਂ ਮੰਗਾਂ ਹੀ ਮੈਂ ਲੋਕ ਸਭਾ ਦੇ ਵਿੱਚ ਚੁੱਕਾਂਗਾ। ਧਰਮਵੀਰ ਗਾਂਧੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਸਾਰੇ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਧਰ ਸੀਬੀਆਈ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਬੈਂਕ ਧੋਖਾਧੜੀ ਕੇਸ ਦਰਜ ਕੀਤਾ ਹੈ। 22,842 ਕਰੋੜ ਰੁਪਏ ਤੋਂ ਵੱਧ ਦੇ ਕੇਸ ਵਿੱਚ ਏਜੰਸੀ ਨੇ ਏਬੀਜੀ ਸ਼ਿਪਯਾਰਡ ਲਿਮਟਿਡ ਅਤੇ ਇਸ ਦੇ ਚੇਅਰਮੈਨ ਅਤੇ ਐਮਡੀ ਰਿਸ਼ੀ ਕਮਲੇਸ਼ ਅਗਰਵਾਲ ਤੇ ਹੋਰਨਾਂ ਨੂੰ ਮੁਲਜ਼ਮ ਬਣਾਇਆ ਹੈ। ਇਹਨਾਂ ਤੇ ਦੋਸ਼ ਹੈ ਕਿ ਇਹਨਾਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਗਰੁੱਪ ਨਾਲ ਠੱਗੀ ਮਾਰੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਕੁਝ ਹੋਰ ਖਬਰਾਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੇ ਹਾਂ। 14 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਰਹੇ ਨੇ। ਮੁੜ ਤੋਂ ਨਵੇਂ ਸਾਲ ਦੇ ਵਿੱਚ ਦੂਜੀ ਵਾਰੀ ਪੰਜਾਬ ਆ ਰਹੇ ਨੇ। ਪਹਿਲਾਂ 5 ਜਨਵਰੀ ਨੂੰ ਆਏ ਸੀ ਪਰ ਉਦੋਂ ਜਿਹੜਾ ਕਿਰਕਰੀ ਹੋ ਗਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀ, ਵਾਪਸ ਚਲੇ ਗਏ ਸੀ ਤੇ ਹੁਣ ਫੇਰ ਆਉਣਗੇ। ਅਤੇ ਪੰਜਾਬ ਦੀਆਂ 20 ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। 14 ਤੇ 16 ਫਰਵਰੀ ਤੇ 17 ਫਰਵਰੀ 3 ਦਿਨ ਉਹਨਾਂ ਨੇ ਆਉਣਾ ਹੈਗਾ। 14 ਤੇ 16 ਫਰਵਰੀ ਨੂੰ ਦੁਆਬੇ ਤੇ ਮਾਝੇ ਦੀਆਂ ਫੇਰੀਆਂ ਦੌਰਾਨ ਰੋਸ ਮੁਜ਼ਾਹਰਿਆਂ ਦਾ ਐਲਾਨ ਕੀਤਾ ਗਿਆ ਹੈ। 17 ਫਰਵਰੀ ਨੂੰ ਮਾਲਵਾ ਖੇਤਰ ਦੇ ਅਬੋਹਰ ਦੇ ਵਿੱਚ ਪੀਐਮ ਮੋਦੀ ਦੀ ਫੇਰੀ ਦੌਰਾਨ ਮੁਜ਼ਾਹਰਾ ਨਹੀਂ ਹੋਵੇਗਾ। ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਮੋਦੀ ਸਮੇਤ ਕੇਂਦਰ ਸਰਕਾਰ ਦੇ ਪੁਤਲੇ ਸਾੜਨ ਦਾ ਐਲਾਨ ਕੀਤਾ ਹੈ। 14 ਤਰੀਕ ਨੂੰ ਪਿੰਡਾਂ ਦੇ ਵਿੱਚ ਤੇ 16 ਨੂੰ ਤਹਿਸੀਲ ਪੱਧਰ ਤੇ ਪ੍ਰਧਾਨ ਮੰਤਰੀ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਕਿਸਾਨਾਂ ਨੇ ਕਿਹਾ ਕਿ ਸਾਡੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਬੀਜੇਪੀ ਸਰਕਾਰ ਅਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਿੱਚ ਅਸੀਂ ਇਹ ਰੋਸ ਮੁਜ਼ਾਹਰੇ ਕਰ ਰਹੇ ਹਾਂ। ਕਿਸਾਨ ਲੀਡਰ ਹਰਪਾਲ ਸਿੰਘ ਸੰਘਾ, ਸਰਵਣ ਸਿੰਘ ਪੰਧੇਰ ਅਤੇ ਡਾਕਟਰ ਦਰਸ਼ਨਪਾਲ ਕੀ ਕਹਿ ਰਹੇ ਨੇ ਇਹਨਾਂ ਰੋਸ ਰੈਲੀਆਂ ਨੂੰ ਲੈ ਕੇ, ਰੋਸ ਮੁਜ਼ਾਹਰਿਆਂ ਨੂੰ ਲੈ ਕੇ, ਉਹ ਸਿੱਧਾ ਸੁਨੇਹਾ ਤੁਹਾਨੂੰ ਸੁਣਾਉਂਦੇ ਆ। ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰੋਟੈਸਟ ਕੀਤਾ ਜਾ ਰਿਹਾ ਤੇ 14 ਤਰੀਕ ਨੂੰ ਮੋਦੀ ਦੇ ਸਾਰੇ ਦੇਸ਼ ਭਰ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਆ। ਸੋ ਆਪਾਂ ਸਾਰਿਆਂ ਨੇ ਰਲ ਕੇ ਜਿਹੜਾ ਉਹ ਉਧਰ ਨੂੰ ਕਾਰਜ ਕਰਨਾ। ਪਿੰਡ ਪਿੰਡ ਜਿਹੜੇ ਪੁਤਲੇ ਆ ਉਹ ਫੂਕੇ ਜਾਣ ਤੇ ਅਗਲਾ 16 ਤਰੀਕ ਨੂੰ ਡੀਸੀ ਦਫ਼ਤਰ ਦੇ ਮੂਹਰੇ ਜਾ ਕੇ ਫਿਰ ਮੋਦੀ ਸਰਕਾਰ ਦੇ ਪੁਤਲੇ ਫੂਕਣੇ ਆ, ਕਿਉਂਕਿ ਉਹ 3 ਜਾਂ 4 ਮੀਟਿੰਗਾਂ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਉਹ ਕਰਨ ਆ ਰਿਹਾ ਤੇ ਇਹਦੇ ਲਈ ਸਾਡਾ ਜਿਹੜਾ ਉਹਦਾ ਡਟਵਾਂ ਵਿਰੋਧ ਕਰਨਾ ਬਣਦਾ। ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਜਿੱਥੇ ਇਲੈਕਸ਼ਨਾਂ ਦੇ ਵਿੱਚ ਉਹ ਸ਼ਾਮਲ ਆ ਉੱਥੇ ਸਾਡੀ ਜਥੇਬੰਦੀ ਵੱਲੋਂ ਇਹਦੇ ਵਿਰੋਧ ਦਾ ਫੈਸਲਾ ਲਿਆ ਗਿਆ। ਸਾਰੇ ਕਿਸਾਨਾਂ ਨੇ ਡਟ ਕੇ ਸਾਥ ਦੇਣਾ ਤੇ ਪਿੰਡ ਪਿੰਡ ਦੇ ਜਿਹੜੇ ਪੁਤਲੇ ਆ ਉਹ ਫੂਕੇ ਜਾਣ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ, ਜੇ ਕਿਸੇ ਵੀ ਕਿਸਾਨ ਨੂੰ ਪਰੇਸ਼ਾਨ ਜਾਂ ਗ੍ਰਿਫਤਾਰ ਕੀਤਾ ਜਾਊਗਾ ਤਾਂ ਉਹ ਸੰਘਰਸ਼ ਕਰਨਗੇ ਪੰਜਾਬ ਸਰਕਾਰ ਦੇ ਖਿਲਾਫ। ਸੋ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਸੁਨੇਹਾ ਪਹੁੰਚਾ ਦਿੱਤਾ ਗਿਆ ਹੈ। ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਵੀ ਬੋਲੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੇ ਉੱਤੇ। ਉਹਨਾਂ ਨੇ ਕਿਹਾ ਕਿ ਮੋਦੀ ਨੂੰ ਸੜਕਾਂ ਰਾਹੀਂ ਆਉਣ ਤੇ ਹਲੇ ਵੀ ਦਿੱਕਤਾਂ ਆ ਸਕਦੀਆਂ ਨੇ, ਕਿਉਂਕਿ ਉਹਨਾਂ ਨੇ ਹਰੇਕ ਪੰਜਾਬੀ ਨੂੰ, ਕਿਸਾਨ ਨੂੰ, ਸਿੱਖਾਂ ਨੂੰ 1 ਸਾਲ ਤੋਂ ਵੱਧ ਸਮੇਂ ਲਈ ਸੜਕ ਤੇ ਰੱਖਿਆ। ਲੋਕ ਕਿਵੇਂ ਭੁੱਲ ਸਕਦੇ ਨੇ। ਬਿੱਟੂ ਨੇ ਕਿਹਾ ਕਿ ਅੰਦੋਲਨ ਦੇ ਵਿੱਚ 700 ਤੋਂ ਵੱਧ ਕਿਸਾਨਾਂ ਦੀ ਜਾਨ ਚਲੇਗੀ ਜੇ ਪ੍ਰਧਾਨ ਮੰਤਰੀ ਦੀ ਕਾਰ ਸੜਕ ਰਾਹੀਂ ਆਉਂਦੀ ਹੈ। ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ, ਹੋ ਸਕਦਾ ਹੈ ਉਹ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ, ਇਸ ਲਈ ਉਹਨਾਂ ਨੂੰ ਹੈਲੀਕਾਪਟਰ ਰਾਹੀਂ ਆਉਣਾ ਚਾਹੀਦਾ। ਸੋ ਉਹਨਾਂ ਨੇ ਇੱਕ ਚੰਗੀ ਸਲਾਹ ਨਰਿੰਦਰ ਮੋਦੀ ਨੂੰ ਭੇਜੀ ਹੈ, ਪਰ बीजेपी लीडर ने जिहड़े उन्हां नूं इहदे विच सियासत नजर आउंदी है। इस बार भी कोई बहाना आप मत लगाना। हमारे जो प्रभारी हैं उनके बीजेपी के शिकावत साहब कहीं ना कहीं से आदमी चाहे जम्मू से ले आए, चाहे हरियाणा से ले आए, चाहे पैरामिलिट्री फोर्सेस बहुत यहाँ पे लगी हैं, उनके होम मिनिस्टर साहब के अंडर हैं, उनको प्राइवेट ड्रेस में वर्दी उतार के बैठा लें। पंजाब में नहीं, लोग तो आएंगे नहीं। फिर कोई बहाना, एक गरीब, एक
सीएम जो गरीब परिवार से उठ के बना है, जहां पंजाबियों के ऊपर तोहमत लगाओगे, इससे अच्छा है आप कहीं से कहीं लोग किराए के ले आओ, नहीं हमें बता दो 10-20 हजार हम लोग भेज देंगे। हम इतनी प्राइम मिनिस्टर की बेइज्जती दोबारा बर्दाश्त नहीं कर सकते। ਤੇ ਬੀਜੇਪੀ ਦੇ ਲੀਡਰ ਤਰੁਣ ਚੁੱਗ ਨੇ ਰਵਨੀਤ ਬਿੱਟੂ ਦੇ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਬਿੱਟੂ ਦਾ ਬਿਆਨ ਕਾਂਗਰਸ ਦੀ ਘਟੀਆ ਸਿਆਸਤ ਅਤੇ ਚੰਨੀ ਸਰਕਾਰ ਦੀ ਸਾਜ਼ਿਸ਼ ਦਾ ਸਬੂਤ ਹੈ। ਕਹਿੰਦੇ ਤੁਸੀਂ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਦੀਆਂ ਤੋਪਾਂ ਦੀ ਰੇਂਜ ਵਿੱਚ ਲੈ ਕੇ ਗਏ, ਝੂਠੇ ਐਨਓਸੀ ਜਾਰੀ ਕੀਤੇ, ਲੋਕਾਂ ਨੂੰ ਉਕਸਾਇਆ। ਇਸ ਖੂਨੀ ਸਾਜ਼ਿਸ਼ ਨੂੰ ਜਨਤਾ ਭੁੱਲੀ ਨਹੀਂ ਹੈ। ਕਾਂਗਰਸ ਪਾਰਟੀ ਪੰਜਾਬ ਨੂੰ ਮੁੜ ਅਸਤੀ ਦੇ ਦੌਰ 'ਚ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਚੁੱਗ ਨੇ ਕਿਹਾ ਕਿ ਬਿੱਟੂ ਤੁਸੀਂ ਆਪਣੀ ਜ਼ੁਬਾਨ ਰਾਹੀਂ ਜਿਹੜੀ ਜ਼ਹਿਰ ਘੋਲ ਰਹੇ ਹੋ, ਇਹ ਜਨਤਾ ਭੁੱਲੇਗੀ ਵੀ ਨਹੀਂ। खूनी षड्यंत्र रचा है और फिर लोगों ਨੂੰ ਉਕਸਾਇਆ ਜਾ ਰਿਹਾ ਹੈ और ਕਿਹਾ ਜਾ ਰਿਹਾ ਹੈ। ਬਿੱਟੂ ਸਾਹਿਬ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਹੈਲੀਕਾਪਟਰ ਤੇ ਪਲੇਨ ਰਾਹੀਂ ਆਣ। ਬਿੱਟੂ ਸਾਹਿਬ ਅੱਗੇ ਤੁਸੀਂ ਖੂਨੀ षड्यंत्र ਕੀਤਾ, ਪ੍ਰਧਾਨ ਮੰਤਰੀ ਜੀ ਨੂੰ ਪਾਕਿਸਤਾਨ ਦੀ ਤੋਪਾਂ ਦੀ ਰੇਂਜ 'ਚ ਲੈ ਗਏ, ਝੂਠੇ ਐਨਓਸੀ ਜਾਰੀ ਕੀਤੇ, ਲੋਕਾਂ ਨੂੰ ਉਕਸਾਇਆ। ਹਜੇ ਖੂਨੀ षड्यंत्र ਜਨਤਾ ਭੁੱਲੀ ਨਹੀਂ और ਤੁਸੀਂ ਆਪਣੀ ਜ਼ੁਬਾਨ ਦੇ ਰਾਹੀਂ ਜਿਹੜੀ ਅੱਗ ਔਰ ਜ਼ਹਿਰ ਘੋਲ ਰਹੇ ਹੋ, ਜਨਤਾ ਇਹਨੂੰ ਭੁੱਲੇਗੀ ਵੀ ਨਹੀਂ। ਔਰ ਅੱਜ ਜਨਤਾ ਨੂੰ ਸਮਝ ਆ ਚੁੱਕਾ ਹੈ ਔਰ ਦੇਸ਼ ਨੂੰ ਵੀ ਸਮਝ ਆ ਚੁੱਕਾ ਹੈ ਕਿ ਕਿਸ ਤਰ੍ਹਾਂ ਤੁਸੀਂ षड्यंत्र ਰਚ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਖਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੇ ਸਵਾਲ ਚੁੱਕੇ ਨੇ। ਕੀ ਕਹਿੰਦੇ ਨੇ ਮਾਨ ਮੋਦੀ ਦੀ ਤਾਜ਼ਾ ਫੇਰੀ ਨੂੰ ਲੈ ਕੇ ਸੁਣਦੇ ਆ। ਹੁਣ ਕਿੱਥੇ ਟਲ ਗਿਆ, ਹੁਣ ਵੀ ਤਾਂ ਬਾਰਡਰ ਦੇ ਉੱਤੇ ਆ ਰਹੇ ਆ, ਕੀ ਪਤਾ ਕੀ ਕੁਛ ਹੋ ਜਾਏ ਉਹਦੇ ਨਾਲ। ਜੇ ਪਹਿਲਾਂ ਡਰ ਸੀਗਾ ਤੇ ਹੁਣ ਕੀ ਕੀਤਾ ਉਹਨਾਂ ਨੇ, ਕੋਈ ਕੰਮ ਕੀਤਾ ਜਿਹਦੇ ਨਾਲ ਮਿਟ ਜਾਊਗਾ। ਕਿਸਾਨ ਮੋਰਚੇ ਨੂੰ ਮੂਰੇ ਹੋ ਕੇ ਚਲਾਉਣ ਵਾਲੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਭਾਵੇਂ ਹੁਣ ਸਿਆਸੀ ਲੀਡਰ ਬਣ ਚੁੱਕੇ ਨੇ, ਪਰ ਉਹਨਾਂ ਨੇ ਵੀ ਇਸ ਮਸਲੇ ਤੇ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੋ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਗਈ ਹੈ ਉਸ ਦਾ ਪਹਿਲਾਂ ਹੀ ਪਤਾ ਸੀ, ਬੀਜੇਪੀ ਦੀ ਨੀਅਤ ਦਾ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਕੁਝ ਨਹੀਂ ਕਰਨਾ। ਸਾਰਾ ਅੱਜ ਕੋਈ ਸਾਰਾ ਤੰਤਰ ਜਿਹੜਾ ਨਾ ਉਹ ਬੀਜੇਪੀ ਦੇ ਹੱਥਾਂ 'ਚ ਹੈ। ਇਹ ਠੀਕ ਹੈ, ਲੋਕ ਜੂਝਦੇ ਨੇ, ਉਹਨਾਂ ਤੋਂ ਇਨਸਾਫ ਮਨਸੂਬ ਦੀ ਆਸ ਰੱਖਣਾ ਕੋਈ ਬਹੁਤੀ ਉਮੀਦ ਨਹੀਂ ਹੈ। ਇਹ ਜਿਹਾ ਕੁਝ ਲੱਗਦਾ ਹੀ ਸੀ ਵੀ ਅਲਟੀਮੇਟਲੀ ਹੋ ਹੀ ਜਾਣਾ ਹੈ, ਜ਼ਮਾਨਤ ਉਹਦੀ ਹੋਈ ਜਾਣੀ। ਮੈਨੂੰ ਪਹਿਲਾਂ ਹੀ ਲੱਗਦਾ ਸੀ ਕਿ ਜ਼ਮਾਨਤ ਮਿਲ ਗਈ, ਇਹ ਅਨਫੋਰਚੂਨੇਟ ਹੈ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਲੈ ਕੇ ਹੁਣ ਪੂਰੇ ਪੰਜਾਬ ਦੇ ਵਿੱਚ ਸਿਆਸਤ ਭਖੀ ਹੋਈ ਹੈ। ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆ ਕੇ ਕੀ ਪੰਜਾਬ ਨੂੰ ਕੁਝ ਦੇਣ ਆ ਰਹੇ ਨੇ, ਕੀ ਕੁਝ ਵੱਡਾ ਲੈ ਕੇ ਆ ਰਹੇ ਨੇ, ਕਿਉਂਕਿ ਵੱਡੇ ਸਾਰੀਆਂ ਪਾਰਟੀਆਂ ਦੇ ਜਿਹੜੇ ਦਿੱਗਜ ਹੈਗੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਸਾਰੇ ਇਕੱਠੇ ਹੀ ਹੋ ਜਾਣਗੇ। ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ, ਉਧਰ ਅਰਵਿੰਦ ਕੇਜਰੀਵਾਲ ਵੀ ਹੁਣ 18 ਤਰੀਕ ਤੱਕ ਪੰਜਾਬ ਹੀ ਰਹਿਣਗੇ, ਪ੍ਰਿਯੰਕਾ ਗਾਂਧੀ ਵੀ ਆ ਰਹੀ ਹੈ, ਮੋਦੀ ਦੇ ਨਾਲ ਵੱਡੇ ਲੀਡਰ ਵੀ ਆਉਣਗੇ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਉਸਦੇ ਤਾਂ ਸਾਰੇ ਵੱਡੇ ਲੀਡਰ ਪੰਜਾਬ ਦੇ ਨਾਲ ਹੀ ਸੰਬੰਧਿਤ ਨੇ। ਦਿੱਲੀ ਨਾਲ ਹੁਣ ਕੋਈ ਕਨੈਕਸ਼ਨ ਨਹੀਂ ਰਿਹਾ। ਹਾਲਾਂਕਿ ਪਹਿਲਾਂ ਦਹਾਕਿਆਂ ਤੱਕ ਬੀਜੇਪੀ ਦੇ ਨਾਲ ਗੱਠਜੋੜ ਸੀ ਅਕਾਲੀ ਦਲ ਦਾ ਤੇ ਹੁਣ ਗੱਠਜੋੜ ਟੁੱਟਣ ਤੋਂ ਬਾਅਦ ਸੁਖਬੀਰ ਬਾਦਲ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੇ ਨੇ ਮੋਹਰੀ ਤੌਰ ਤੇ ਕਿ ਸਾਡੀ ਪਾਰਟੀ ਦਿੱਲੀ ਤੋਂ ਨਹੀਂ ਚੱਲਦੀ, ਅਸੀਂ ਇੱਥੋਂ ਹੀ ਚੱਲਦੇ ਹਾਂ, ਬਾਕੀ ਸਾਰੀਆਂ ਦੇ ਰਿਮੋਟ ਦਿੱਲੀ ਵਿੱਚ ਨੇ। ਹਿਜਾਬ ਵਿਵਾਦ ਦੀ ਗੱਲ ਕਰ ਲਈਏ ਤਾਂ ਅਮਰੀਕਾ ਨੇ ਵੀ ਇਸ ਮਸਲੇ ਤੇ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹਿਜਾਬ ਤੇ ਪਾਬੰਦੀ ਲਾਉਣਾ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ। ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਦੇ ਐਂਬੈਸਡਰ ਰਾਸ਼ਿਦ ਹੁਸੈਨ ਨੇ ਟਵੀਟ ਕੀਤਾ ਹੈ, ਧਾਰਮਿਕ ਆਜ਼ਾਦੀ ਵਿੱਚ ਕਿਸੇ ਦੇ ਧਾਰਮਿਕ ਪਹਿਰਾਵੇ ਦੀ ਚੋਣ ਕਰਨ ਦੀ ਆਜ਼ਾਦੀ ਸ਼ਾਮਿਲ ਹੁੰਦੀ ਹੈ। ਭਾਰਤ ਦੇ ਕਰਨਾਟਕਾ ਸੂਬੇ ਨੂੰ ਧਾਰਮਿਕ ਪਹਿਰਾਵੇ ਦੀ ਇਜਾਜ਼ਤ ਦੇਣ ਦੇ ਮਾਮਲੇ ਵਿੱਚ ਨਹੀਂ ਪੈਣਾ ਚਾਹੀਦਾ। ਇਸ ਤੇ ਭਾਰਤ ਨੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਤੇ ਬਿਨਾਂ ਸੋਚੇ ਸਮਝੇ ਟਿੱਪਣੀਆਂ ਨਾ ਕੀਤੀਆਂ ਜਾਣ। ਭਾਰਤ ਨੇ ਕਰਨਾਟਕਾ ਦੇ ਵਿੱਚ ਹਿਜਾਬ ਵਿਵਾਦ ਬਾਰੇ ਅਮਰੀਕਾ ਸਣੇ ਕੁਝ ਦੇਸ਼ਾਂ ਦੇ ਵੱਲੋਂ ਕੀਤੀ ਆਲੋਚਨਾ ਨੂੰ ਖਾਰਿਜ ਕਰ ਦਿੱਤਾ ਹੈ ਤੇ ਕਿਹਾ ਕਿ ਦੇਸ਼ ਦੇ ਅੰਦਰੂਨੀ ਮਾਮਲਿਆਂ ਤੇ ਕਿਸੇ ਹੋਰ ਇਰਾਦੇ ਦੇ ਨਾਲ ਪ੍ਰੇਰਿਤ ਟਿੱਪਣੀ ਅਸੀਂ ਸਵੀਕਾਰ ਨਹੀਂ ਕਰਾਂਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਜੋ ਲੋਕ ਭਾਰਤ ਨੂੰ ਜਾਣਦੇ ਨੇ ਉਹਨਾਂ ਨੂੰ ਅਸਲੀਅਤ ਦੀ ਚੰਗੀ ਤਰ੍ਹਾਂ ਸਮਝ ਹੈ। ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਸ ਬਾਰੇ ਨਾ ਸਮਝੀ ਵਾਲੀਆਂ ਟਿੱਪਣੀਆਂ ਨਾ ਕੀਤੀਆਂ ਜਾਣ। ਉਧਰ ਕਰਨਾਟਕਾ ਦੇ ਵਿੱਚ ਹਿਜਾਬ ਵਿਵਾਦ ਦੇ ਮੱਦੇਨਜ਼ਰ ਪੁਲਿਸ ਨੇ ਇਹਤਿਆਤ ਤੇ ਵਜੋਂ ਦੱਖਣ ਕੰਨੜ ਤੇ ਉਡੁਪੀ ਜ਼ਿਲ੍ਹਿਆਂ ਦੇ ਵਿੱਚ ਫਲੈਗ ਮਾਰਚ ਕੱਢਿਆ। ਪੁਲਿਸ ਦੇ ਡੀਸੀ ਹਰੀਰਾਮ ਸ਼ੰਕਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਦੱਖਣ ਕੰਨੂੜ ਜ਼ਿਲ੍ਹੇ ਦੇ ਪੁੱਟੂਰ ਅਤੇ ਸੂਰਤਕਲ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ, ਜਿਹਦੇ ਵਿੱਚ ਰੈਪਿਡ ਐਕਸ਼ਨ ਫੋਰਸ ਦੀ 97ਵੀਂ ਬਟਾਲੀਅਨ ਦੇ 130 ਜਵਾਨਾਂ ਨੇ ਹਿੱਸਾ ਲਿਆ। ਡੀਸੀ ਨੇ ਕਿਹਾ ਹੈ ਕਿ ਜੇ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ ਤਾਂ ਇੱਥੇ ਤੈਨਾਤ ਆਰਏਐਫ ਦੇ ਕਰਮਚਾਰੀ ਜਨਤਕ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਕਾਰਵਾਈ ਕਰਨਗੇ। ਤੇ ਹਿਜਾਬ ਵਿਵਾਦ ਤੋਂ ਬਾਅਦ ਇੱਕ ਨਵੇਂ ਵਿਵਾਦ ਬਾਰੇ ਜਾਣਕਾਰੀ ਮਿਲੀ ਹੈ ਕਰਨਾਟਕਾ ਤੋਂ। ਕਰਨਾਟਕਾ ਦੇ ਦੱਖਣ ਕੰਨੜ ਜ਼ਿਲ੍ਹੇ ਦੇ ਕਦਾਬਾ ਤਾਲੁਕ ਦੇ ਵਿੱਚ
ਅੰਕਿਤ ਦਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਜਮਾਤ ਵਿੱਚ ਕਥਿਤ ਤੌਰ ਤੇ ਨਮਾਜ਼ ਅਦਾ ਕਰ ਰਹੇ ਕੁਝ ਮੁਸਲਿਮ ਵਿਦਿਆਰਥੀਆਂ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। 4 ਫਰਵਰੀ ਦੀ ਇਸ ਵੀਡੀਓ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੁਝ ਦਿਨਾਂ ਬਾਅਦ ਇਹ ਕਲਿੱਪ ਵਾਇਰਲ ਹੋਈ ਹੈ। ਸਥਾਨਕ ਲੋਕ ਇਤਰਾਜ਼ਾਂ ਦੇ ਨਾਲ ਸਾਹਮਣੇ ਆਏ ਨੇ। ਸ਼ਿਕਾਇਤਾਂ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਕੂਲ ਦਾ ਦੌਰਾ ਵੀ ਕੀਤਾ ਹੈ। ਸਕੂਲ ਦੇ ਅਧਿਆਪਕਾਂ ਨੇ ਕਿਹਾ ਹੈ ਕਿ ਘਟਨਾ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਵਿਦਿਆਰਥੀਆਂ ਨੂੰ ਕਲਾਸਰੂਮ ਦੇ ਅੰਦਰ ਧਾਰਮਿਕ ਗਤੀਵਿਧੀਆਂ ਵਿੱਚ ਸ਼ਾਮਿਲ ਨਾ ਹੋਣ ਦੇ ਨਿਰਦੇਸ਼ ਦਿੱਤੇ ਸੀ। ਬਲਾਕ ਸਿੱਖਿਆ ਅਧਿਕਾਰੀ ਸੀ ਲੋਕੇਸ਼ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲ ਦਾ ਦੌਰਾ ਕਰਨ ਤੇ ਘਟਨਾ ਦੀ ਰਿਪੋਰਟ ਦੇਣ ਦੇ ਹੁਕਮ ਵੀ ਦੇ ਦਿੱਤੇ ਗਏ ਨੇ। ਕੈਨੇਡਾ ਦੇ ਵਿੱਚ ਟਰੱਕਾਂ ਵਾਲਿਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅਦਾਲਤ ਨੇ ਬੰਦ ਰਾਹ ਖੋਲ੍ਹਣ ਦੇ ਹੁਕਮ ਦਿੱਤੇ ਨੇ ਤਾਂ ਓਨਟਾਰੀਓ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਕੈਨੇਡਾ ਦੀ ਇੱਕ ਅਦਾਲਤ ਨੇ ਕੈਨੇਡਾ ਅਮਰੀਕਾ ਦੇ ਵਿਚਾਲੇ ਰਾਹ ਰੋਕੀ ਬੈਠੇ ਟਰੱਕ ਡਰਾਈਵਰਾਂ ਨੂੰ ਫੌਰਨ ਰਾਹ ਖੋਲ੍ਹਣ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਵਿੰਡਸਰ ਐਂਡ ਆਟੋਮੋਟਿਵ ਪਾਰਟਸ ਮੈਨੂਫੈਕਚਰਰਸ ਐਸੋਸੀਏਸ਼ਨ ਦੀ ਪਟੀਸ਼ਨ ਤੇ ਇਹ ਫੈਸਲਾ ਸੁਣਾਇਆ। ਐਸੋਸੀਏਸ਼ਨ ਦੇ ਵੱਲੋਂ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਹੜਤਾਲ ਕਾਰਨ ਉਹਨਾਂ ਨੂੰ ਰੋਜ਼ਾਨਾ $50 ਮਿਲੀਅਨ ਦਾ ਨੁਕਸਾਨ ਹੋ ਰਿਹਾ ਹੈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਵਿੰਡਸਰ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਾਰਡਰ ਕ੍ਰਾਸਿੰਗ ਨੂੰ ਰੋਕਣਾ ਹੁਣ ਅਪਰਾਧ ਮੰਨਿਆ ਜਾਊਗਾ। ਪੁਲਿਸ ਅਜਿਹਾ ਕਰਨ ਵਾਲੇ ਦਾ ਟਰੱਕ ਵੀ ਜ਼ਬਤ ਕਰੇਗੀ ਤੇ ਉਸ ਦੇ ਅਮਰੀਕਾ ਜਾਣ ਤੇ ਪਾਬੰਦੀ ਵੀ ਲੱਗ ਜਾਏਗੀ। ਉਧਰ ਓਨਟਾਰੀਓ ਦੇ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਹੈ ਕਿਉਂਕਿ ਓਨਟਾਰੀਓ ਦੇ ਵਿੱਚ ਵੀ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਨੇ। ਜ਼ਰੂਰੀ ਬੁਨਿਆਦੀ ਢਾਂਚੇ ਨੂੰ ਬਲੌਕ ਕਰਨਾ ਹੁਣ ਓਨਟਾਰੀਓ ਦੇ ਵਿੱਚ ਗੈਰ ਕਾਨੂੰਨੀ ਮੰਨਿਆ ਜਾਵੇਗਾ, ਜਿਸ ਦੇ ਤਹਿਤ ਪ੍ਰਦਰਸ਼ਨਕਾਰੀਆਂ ਨੂੰ 1 ਸਾਲ ਦੀ ਜੇਲ੍ਹ ਤੇ $1 ਲੱਖ ਦਾ ਜੁਰਮਾਨਾ ਵੀ ਹੋ ਸਕਦਾ ਹੈ। ਕੈਨੇਡਾ ਦੀ ਰਾਜਧਾਨੀ ਓਟਵਾ ਦੇ ਵਿੱਚ 10 ਦਿਨਾਂ ਤੋਂ ਵੱਧ ਹੋ ਗਏ ਨੇ ਜਦੋਂ ਇੱਥੇ ਰੋਸ ਮੁਜ਼ਾਹਰੇ ਹੋ ਰਹੇ ਨੇ। ਸੜਕਾਂ ਦੇ ਉੱਤੇ ਟਰੱਕ ਡਰਾਈਵਰ ਕੋਵਿਡ ਪਾਬੰਦੀਆਂ ਦੇ ਵਿਰੋਧ ਵਿੱਚ ਸੜਕਾਂ ਤੇ ਉਤਰੇ ਹੋਏ ਨੇ। ਦੂਰ ਦੇ ਸੂਬਿਆਂ ਤੋਂ ਚੱਲ ਕੇ ਉਹ ਪਾਰਲੀਮੈਂਟ ਹਿੱਲ ਪਹੁੰਚੇ ਨੇ, ਕੈਨੇਡਾ ਦੀ ਰਾਜਧਾਨੀ ਪਹੁੰਚੇ ਨੇ, ਸੜਕਾਂ ਜਾਮ ਕਰ ਦਿੱਤੀਆਂ ਨੇ। ਟਰੱਕਾਂ ਵਾਲੇ ਸਰਕਾਰ ਦੇ ਵੱਲੋਂ ਕੋਵਿਡ ਤੇ ਵੈਕਸੀਨ ਸੰਬੰਧੀ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਹੇ ਨੇ, ਪਰ ਹਾਲੇ ਤੱਕ ਜਸਟਿਨ ਟਰੂਡੋ ਸਰਕਾਰ ਨੇ ਆਪਣਾ ਕੋਈ ਫੈਸਲਾ ਵਾਪਸ ਨਹੀਂ ਲਿਆ। ਟਰੱਕਰਾਂ ਨੇ ਅੰਬੈਸਡਰ ਬ੍ਰਿਜ ਦੇ ਨਾਲ ਪਿਛਲੇ 2 ਹਫ਼ਤਿਆਂ ਤੋਂ ਅਮਰੀਕੀ ਸੂਬੇ ਮੌਂਟਾਨਾ ਦੇ ਨਾਲ ਲੱਗਦੇ ਕਾਊਟਸ ਅਲਬਰਟਾ ਵਿਖੇ ਸਰਹੱਦੀ ਚੌਂਕੀ ਤੇ ਵੀ ਨਾਕਾਬੰਦੀ ਕੀਤੀ ਹੋਈ ਹੈ। ਤੇ ਜਿਹੜੇ ਅੰਬੈਸਡਰ ਬ੍ਰਿਜ ਨੂੰ ਬੰਦ ਕੀਤਾ ਹੈ ਪ੍ਰਦਰਸ਼ਨਕਾਰੀਆਂ ਨੇ, ਇਹ ਸਭ ਤੋਂ ਮਹੱਤਵਪੂਰਨ ਬਾਰਡਰ ਕ੍ਰਾਸਿੰਗ ਹੈ, ਯਾਨੀ ਕਿ ਬਹੁਤ ਹੀ ਇੰਪੋਰਟੈਂਟ ਬਾਰਡਰ ਹੈ। ਇਹ ਅੰਬੈਸਡਰ ਬ੍ਰਿਜ ਦੁਨੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਸਪੈਂਸ਼ਨ ਪੁਲ ਹੈ ਤੇ ਇਸ ਰਾਹੀਂ ਅਮਰੀਕਾ ਕੈਨੇਡਾ ਦੇ ਵਪਾਰ ਦਾ 1/4 ਹਿੱਸਾ ਪੈਦਾ ਹੁੰਦਾ ਹੈ। ਤੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਕਾਰਨ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਫੋਰਡ ਤੇ ਟੋਇਟਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਟਰੱਕ ਡਰਾਈਵਰਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਇਹਨਾਂ ਕੰਪਨੀਆਂ ਦੇ ਉਤਪਾਦਨ ਦੇ ਵਿੱਚ ਵਿਘਨ ਪੈ ਰਿਹਾ ਹੈ। ਇਸੇ ਦਰਮਿਆਨ ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਪਾਬੰਦੀਆਂ ਦਾ ਵਿਰੋਧ ਕਰ ਰਹੇ ਟਰੱਕਾਂ ਵਾਲਿਆਂ ਵੱਲੋਂ ਕੀਤੀ ਨਾਕਾਬੰਦੀ ਨੂੰ ਖਤਮ ਕਰਨ ਲਈ ਆਪਣੀਆਂ ਸੰਘੀ ਸ਼ਕਤੀਆਂ ਦੀ ਤਾਕਤਾਂ ਦੀ ਵਰਤੋਂ ਕਰਨ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਅਸੀਂ ਕੈਨੇਡਾ ਨੂੰ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਉਹਨਾਂ ਦੀਆਂ ਸੰਘੀ ਸ਼ਕਤੀਆਂ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ ਅਤੇ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ ਕਿ ਸਾਡੀ ਹੋਮਲੈਂਡ ਸੁਰੱਖਿਆ ਤੁਹਾਡੀ ਮਦਦ ਕਰ ਸਕਦੀ ਹੈ। ਆਵਾਜਾਈ ਵਿਭਾਗਾਂ ਦੀ ਅਸੀਂ ਤੁਹਾਨੂੰ ਸਹਾਇਤਾ ਦੇ ਸਕਦੇ ਹਾਂ, ਪਰ ਹਾਲੇ ਤੱਕ ਕੈਨੇਡਾ ਨੇ ਇਸ ਪੇਸ਼ਕਸ਼ ਨੂੰ ਕਬੂਲਿਆ ਜਾਂ ਨਹੀਂ ਕਬੂਲਿਆ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਬੁਲੇਟਿਨ ਦੇ ਵਿੱਚ ਹੁਣ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਾਲ ਜੁੜੀਆਂ ਅਪਡੇਟਸ ਤੁਹਾਨੂੰ ਦੱਸ ਦਿੰਨੇ ਹਾਂ। ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੇ ਵਿੱਚੋਂ ਜਦੋਂ ਕਾਂਗਰਸ ਨੇ ਚੰਨੀ ਨੂੰ ਸੀਐਮ ਚਿਹਰੇ ਲਈ ਚੁਣਿਆ ਹੈ, ਉਸ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਨੂੰ ਲਗਾਤਾਰ ਸਵਾਲ ਵੀ ਪੁੱਛੇ ਜਾ ਰਹੇ ਨੇ। ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਐਮਪੀ ਜਿਨ੍ਹਾਂ ਨੇ ANI ਨੂੰ ਇੰਟਰਵਿਊ ਦਿੱਤਾ ਹੈ ਤਾਂ ANI ਦੇ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ ਨਵਜੋਤ ਸਿੰਘ ਸਿੱਧੂ ਨੂੰ ਅਹੁਦਾ ਕੀ ਮਿਲੂਗਾ ਜਦੋਂ ਜੇ ਤੁਹਾਡੀ ਕਾਂਗਰਸ ਸਰਕਾਰ ਆ ਜਾਂਦੀ ਹੈ, ਤਾਂ 2 ਸ਼ਬਦ ਬੋਲੇ ਰਵਨੀਤ ਬਿੱਟੂ ਨੇ, ਕਿਹਾ ਸੁਪਰ ਸੀਐਮ, ਯਾਨੀ ਕਿ ਚੰਨੀ ਜੇ ਸੀਐਮ ਹੋਣਗੇ ਤਾਂ ਨਵਜੋਤ ਸਿੰਘ ਸਿੱਧੂ ਸੁਪਰ ਸੀਐਮ ਹੋਣਗੇ। ਬਿੱਟੂ ਨੇ ਵਾਰੀ-ਵਾਰੀ ਕਿਹਾ ਕਿ ਹੁਣ ਇਸ ਮੁੱਦੇ ਤੇ ਸਵਾਲ ਕਰਨੇ ਫालतू ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਉਸ ਫੈਸਲੇ ਦੇ ਨਾਲ ਸਹਿਮਤ ਹੋ ਚੁੱਕੇ ਨੇ। ਖੁਦ ਉਹਨਾਂ ਨੇ ਚੰਨੀ ਦਾ ਹੱਥ ਉੱਪਰ ਚੁੱਕਿਆ ਸੀ। ਚਰਨਜੀਤ ਸਿੰਘ ਚੰਨੀ ਸਰਕਾਰ ਚਲਾਉਣਗੇ ਤੇ ਮਾਡਲ ਨਵਜੋਤ ਸਿੰਘ ਸਿੱਧੂ ਦਾ ਹੋਏਗਾ। ਅੱਜ ਮੂੰਹ ਦਿਖਾਉਣ ਜੋਗੇ ਨਹੀਂਗੇ ਵੀ ਅੱਜ ਜਦ ਉਹਨੇ ਕਿਹਾ ਵੀ ਚਰਨਜੀਤ ਚੰਨੀ ਜੀ ਜਿਹੜੇ ਸਾਡੇ ਮੁੱਖ ਮੰਤਰੀ ਗਰੀਬਾਂ ਦੇ ਮਸੀਹਾ, ਉਹਨਾਂ ਦੇ ਤੁਸੀਂ ਨਾਂ ਵਿੱਚ ਲਵਾਉਣ ਨੂੰ ਫਿਰਦੇ ਹੋ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਦੂਰ ਨੇੜੇ ਤੱਕ, ਤੇ ਅੱਜ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ। ਹੁਣ ਮੈਨੂੰ ਦੱਸੋ ਕੀ ਜਵਾਬ ਦੇਣਗੇ, ਹੁਣ ਕਿਹੜਾ ਮੂੰਹ ਲੈ ਕੇ ਬਾਹਰ ਆਉਣਗੇ, ਮੈਨੂੰ ਇਹ ਦੱਸੋ। ਇਹ ਗਵਰਨਰ ਸਾਹਿਬ ਦੀ ਰਿਪੋਰਟ ਤੇ ਉਹਨਾਂ ਤੇ ਇਨਕੁਆਇਰੀ ਹੋਈ, ਉਹਨਾਂ ਨੂੰ ਰਿਪੋਰਟ ਗਈ ਆ। ਇਹਦਾ ਮਤਲਬ ਇਹ ਹੋਇਆ ਇਹ ਗਵਰਨਮੈਂਟ ਆਫ ਸੈਂਟਰ ਜਿਹੜੀ ਆ, ਚਾਹੇ ਇਲੈਕਸ਼ਨ ਕਮਿਸ਼ਨ ਆ,
ਇੰਡੀਪੈਂਡੈਂਟ ਆ, ਉਹਦੀ ਰਿਪੋਰਟ ਹੈ, ਸਾਡੀ ਤਾਂ ਰਿਪੋਰਟ ਨਹੀਂ, ਤੇ ਰਹਿ ਗਿਆ ਕੁਝ ਪੱਲੇ ਹੁਣ। ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਲਗਾਤਾਰ ਸਿੱਧੂ ਤੇ ਨਿਸ਼ਾਨੇ ਕੱਸ ਰਹੇ ਨੇ। ਉਹਨਾਂ ਨੇ ਕਿਹਾ ਕਿ ਸਿੱਧੂ ਨੇ ਪਿਛਲੇ 5 ਸਾਲਾਂ ਦੇ ਵਿੱਚ ਗੁਰੂ ਕੀ ਨਗਰੀ ਦਾ ਕੋਈ ਵੀ ਕੰਮ ਨਹੀਂ ਸਵਾਰਿਆ, ਸਿਰਫ ਪੰਜਾਬ ਨੂੰ ਬਰਬਾਦ ਕੀਤਾ ਹੈ। ਮਜੀਠੀਆ ਨੇ ਵੱਲਾ ਸਬਜ਼ੀ ਮੰਡੀ ਦੀ ਖਸਤਾ ਹਾਲਤ ਦਿਖਾਈ। ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਇਸ ਮੰਡੀ ਦੀ ਖਸਤਾ ਹਾਲਤ ਸਿੱਧੂ ਦੀ ਘਟੀਆ ਕਾਰਗੁਜ਼ਾਰੀ ਦਾ ਸਬੂਤ ਹੈ ਤੇ ਨਾਲ ਹੀ ਮਜੀਠੀਆ ਨੇ ਸਿੱਧੂ ਨੂੰ ਮੰਦੀ ਬੋਲਬਾਣੀ ਤੋਂ ਵੀ ਅਹੰਕਾਰ, ਘਮੰਡ ਔਰ ਬਕਲਾਹਟ ਚਿਹਰੇ 'ਚ ਨਜ਼ਰ ਆਉਂਦੀ ਹੈ। ਕੱਲ ਮੂਦਲ ਪਿੰਡ ਜਾ ਕੇ ਸਰਪੰਚ ਸਾਹਿਬ ਨੂੰ, ਇੱਕ ਲੇਡੀ ਸਾਡੀ ਸਰਪੰਚ ਹੈ ਉੱਥੋਂ, ਗੁਰਕੀਰਤ ਸੋਹਣਾ ਦੀ ਘਰ ਦੀ ਉੱਥੋਂ ਸਰਪੰਚ ਹੈ, ਉਹਨੂੰ ਥ੍ਰੈਟ ਕਰਨਾ, ਉਹਨੂੰ ਇਹ ਕਹਿਣਾ ਕਿ ਮੈਂ ਤੈਨੂੰ ਜਲੇਬੀ ਵਾਂਗੂ ਇਕੱਠਾ ਕਰ ਦੂੰ। ਇਹ ਪੰਚਾਇਤ ਦੀ, ਸਾਡੀ ਧੀ ਦੀ, ਭੈਣ ਦੀ ਤੋਹੀਨ ਹੈ। ਔਰ ਮੈਂ ਸਿੱਧੂ ਸਾਹਿਬ ਨੂੰ ਕਹਿਣਾ, ਸਿੱਧੂ ਸਾਹਿਬ ਬਹੁਤ ਹੋ ਗਿਆ ਹੁਣ, ਇਹ ਜੀ ਸ਼ਬਦਾਵਲੀ ਲੋਕ ਨਹੀਂ ਬਰਦਾਸ਼ਤ ਕਰਨਗੇ। ਬ੍ਰਾਹਮਣ ਸਮਾਜ ਬਾਰੇ ਆਪ ਸ਼ਬਦ ਵਰਤਨੇ, ਪਹਿਲਾਂ ਜਾਖੜ ਸਾਹਿਬ ਤੋਂ ਤਾਂ ਸੁਣਿਆ ਸੀ ਕਿ ਹਿੰਦੂ ਭਾਈਚਾਰੇ ਨੂੰ ਸੀਐਮ ਇਸ ਲਈ ਨਹੀਂ ਮਿਲਿਆ ਕਿਉਂਕਿ ਸਿੱਧੂ ਸਾਹਿਬ ਨੂੰ ਢਿੱਡ ਪੀੜ ਹੋ ਗਈ, ਮਗਰ ਇਸ ਤਰੀਕੇ ਦੀ ਸ਼ਬਦਾਵਲੀ ਇਹ ਨਹੀਂ ਬਰਦਾਸ਼ਤ ਲੋਕ ਕਰਨਗੇ। ਦਰਅਸਲ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਦੇ ਪਿੰਡ ਮੂਦਲ ਦੇ ਵਿੱਚ ਲੋਕਾਂ ਨੂੰ ਮਿਲਣ ਗਏ ਸੀ। ਉੱਥੇ ਸੰਬੋਧਨ ਕਰ ਰਹੇ ਸੀ ਤਾਂ ਮਜੀਠੀਆ ਬਾਰੇ ਤੇ ਅਨਿਲ ਜੋਸ਼ੀ, ਜਿਹੜੇ ਪਹਿਲਾਂ ਬੀਜੇਪੀ 'ਚ ਹੁੰਦੇ ਸੀ, ਹੁਣ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ, ਉਹਨਾਂ ਦੇ ਬਾਰੇ ਵਿਵਾਦਿਤ ਸ਼ਬਦ ਬੋਲੇ ਸੀ, ਜਿਸ ਤੋਂ ਬਾਅਦ ਮਸਲਾ ਕਾਫੀ ਭਖਿਆ ਹੋਇਆ। ਇੱਕ ਸ਼ਬਦ ਨਵਜੋਤ ਸਿੰਘ ਸਿੱਧੂ ਨੇ ਅਨਿਲ ਜੋਸ਼ੀ ਦੇ ਧਰਮ ਨੂੰ ਲੈ ਕੇ ਵਰਤਿਆ ਸੀ। ਅਨਿਲ ਜੋਸ਼ੀ ਵੀ ਸਿੱਧੂ ਦੇ ਇਸ ਬਿਆਨ ਤੇ ਭੜਕ ਗਏ ਨੇ। ਅਨਿਲ ਜੋਸ਼ੀ ਨੇ ਕਿਹਾ ਕਿ ਸਿੱਧੂ ਦੀ ਆਖਰੀ ਚੋਣ ਹੋਏਗੀ, ਸਿੱਧੂ ਦਾ ਸਿਆਸੀ ਕਰੀਅਰ ਇਸ ਤੋਂ ਬਾਅਦ ਖਤਮ ਹੋ ਜਾਊਗਾ, ਮੈਂ ਦਾਅਵੇ ਨਾਲ ਕਹਿੰਦਾ। ਤੇ ਨਾਲ ਹੀ ਜਿਹੜੀ ਬੋਲਬਾਣੀ ਵਰਤੀ ਹੈ ਸਿੱਧੂ ਨੇ, ਉਸ ਬਾਰੇ ਕਿਹਾ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਯਾਨੀ ਕਿ ਜਦੋਂ ਤੁਹਾਡਾ ਵਿਨਾਸ਼ ਹੁੰਦਾ ਹੈ, ਤੁਹਾਡੀ ਬੁੱਧੀ ਹੈ ਜਿਹੜੀ ਉਹ ਭ੍ਰਿਸ਼ਟ ਹੋ ਜਾਂਦੀ ਹੈ, ਉਹ ਪੁੱਠੇ ਬੋਲਣ ਲੱਗ ਜਾਂਦੀ ਹੈ। ਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਲਾਂਚ ਕਰ ਦਿੱਤਾ ਹੈ ਆਪਣੇ ਫੇਸਬੁੱਕ ਪੇਜ ਦੇ ਉੱਤੇ। ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ 26 ਪੇਜਾਂ ਦਾ ਪੰਜਾਬ ਮਾਡਲ ਦਿੱਤਾ ਹੈ, ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਲਿਖਿਆ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਦੇ ਮੁਤਾਬਿਕ ਗੁਰੂ ਨਾਨਕ ਸਾਹਿਬ ਦੇ 13-13 ਅਤੇ ਸਰਬੱਤ ਦਾ ਭਲਾ ਦੇ ਫਲਸਫੇ ਤੋਂ ਪ੍ਰੇਰਿਤ ਪੰਜਾਬ ਮਾਡਲ ਮੈਂ ਸਾਂਝਾ ਕਰ ਰਿਹਾ ਹਾਂ। ਇਹ ਮਾਡਲ ਸਾਰੀਆਂ ਚੋਰੀਆਂ ਨੂੰ ਨੱਥ ਪਾਏਗਾ, ਪੰਜਾਬ ਚੋਂ ਮਾਫੀਆ ਦਾ ਖਾਤਮਾ ਕਰੇਗਾ, ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖਜ਼ਾਨੇ ਨੂੰ ਨੱਕੋ ਨੱਕ ਭਰ ਦੇਵੇਗਾ। ਸੋ ਇੱਕ ਵਾਰੀ ਤਾਂ ਜਦੋਂ ਪੰਜਾਬ ਮਾਡਲ ਨੂੰ ਪੜ੍ਹਦੇ ਆ ਤਾਂ ਪੰਜਾਬ ਮਾਡਲ ਦੇ ਸ਼ੀਸ਼ਿਆਂ ਦੇ ਵਿੱਚੋਂ ਡਿੱਗਿਆ ਹੋਇਆ ਪੰਜਾਬ ਮੁੜ ਖੜਾ ਹੁੰਦਾ ਦਿਸ ਰਿਹਾ ਜੇ ਇਹ ਪੰਜਾਬ ਮਾਡਲ ਲਾਗੂ ਹੋ ਜਾਵੇ। ਹਾਲਾਂਕਿ ਇਸ ਪੰਜਾਬ ਮਾਡਲ ਦੇ ਵਿੱਚ ਕਾਫੀ ਕੁਝ ਪੁਰਾਣਾ ਵੀ ਹੈਗਾ, ਪਰ ਕਾਫੀ ਕੁਝ ਇਹੋ ਜਿਹਾ ਵੀ ਹੈਗਾ ਜਿਹੜਾ ਪੰਜਾਬ ਦੀ ਨੁਹਾਰ ਬਦਲਣ ਦੀ ਸਮਰੱਥਾ ਰੱਖਦਾ ਹੈ, ਪੰਜਾਬ ਦੇ ਵਿੱਚੋਂ ਮਾਫੀਆ ਖਤਮ ਕਰਨ ਦੇ ਬੋਲਦਾ ਹੈ। ਪਰ ਦੇਖਣਾ ਤਾਂ ਇਹ ਹੋਏਗਾ ਕਿ ਕੀ ਪੰਜਾਬ ਦਾ ਜਿਹੜਾ ਪੰਜਾਬ ਕਾਂਗਰਸ ਦਾ ਚੋਣ ਮੈਨੀਫੈਸਟੋ ਉਹ ਪੰਜਾਬ ਮਾਡਲ ਹੀ ਹੋਏਗਾ ਨਵਜੋਤ ਸਿੰਘ ਸਿੱਧੂ ਦਾ, ਤੇ ਕਦੋਂ ਇਹ ਚੋਣ ਮੈਨੀਫੈਸਟੋ ਜਾਰੀ ਹੋਏਗਾ ਕਾਂਗਰਸ ਦੇ ਵੱਲੋਂ, ਇਸ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਵੋਟਾਂ ਦੇ ਵਿੱਚ ਮਹਿਜ਼ ਇੱਕ ਹਫ਼ਤਾ ਰਹਿ ਗਿਆ ਪਰ ਹਾਲੇ ਤੱਕ ਕਾਂਗਰਸ ਦਾ ਮੈਨੀਫੈਸਟੋ ਨਹੀਂ ਆਇਆ। ਉਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਇੱਕ ਵਾਰ ਫਿਰ ਤੋਂ ਸੀਐਮ ਦਾ ਚਿਹਰਾ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ, ਚਮਕੌਰ ਸਾਹਿਬ ਆਪਣੇ ਹਲਕੇ ਦੇ ਵਿੱਚ ਪਹੁੰਚੇ ਹੋਏ ਨੇ, 2 ਹਲਕਿਆਂ ਤੋਂ ਚੋਣ ਲੜ ਰਹੇ ਨੇ, ਚਮਕੌਰ ਸਾਹਿਬ ਅਤੇ ਭਦੌੜ। ਚਮਕੌਰ ਸਾਹਿਬ ਪਹੁੰਚੇ ਸੀਐਮ ਚੰਨੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ, ਵੋਟਾਂ ਪਾਉਣ ਦੀ ਅਪੀਲ ਕੀਤੀ ਹੈ, ਵਿਕਾਸ ਦੇ ਨਾਮ ਦੇ ਉੱਤੇ ਅਪੀਲ ਕੀਤੀ ਹੈ। ਅਤੇ ਹੁਣ ਇੱਕ ਹੋਰ ਤਾਜ਼ਾ ਖਬਰ ਇਹ ਵੀ ਮਿਲ ਰਹੀ ਹੈ ਕਿ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਰੋਪੜ ਪ੍ਰਸ਼ਾਸਨ ਨੇ ਚਰਨਜੀਤ ਸਿੰਘ ਚੰਨੀ ਨੂੰ ਮਾਈਨਿੰਗ ਦੇ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ ਤੇ ਹੁਣ ਰਵਨੀਤ ਬਿੱਟੂ ਜਿਹੜੇ ਕਾਂਗਰਸ ਦੇ ਐਮਪੀ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੈਲੰਜ ਕੀਤਾ ਹੈ ਕਿ ਰਾਘਵ ਚੱਡਾ ਹੁਣ ਮਾਫੀ ਮੰਗੇ, ਕਿਉਂਕਿ ਰਾਘਵ ਚੱਡਾ ਹੀ ਵਫਦ ਲੈ ਕੇ ਰਾਜਪਾਲ ਦੇ ਕੋਲ ਗਿਆ ਸੀ, ਜਿਸ ਨੇ ਕਿਹਾ ਸੀ ਕਿ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਦੇ ਰਿਸ਼ਤੇਦਾਰ ਮਾਈਨਿੰਗ ਦੇ ਵਿੱਚ ਫਸੇ ਹੋਏ ਨੇ। ਤੇ ਇਹ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਤੇ ਅਸੀਂ ਮਾਣਹਾਨੀ ਦਾ ਦਾਅਵਾ ਕਰਾਂਗੇ। ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਂਗਰਸ ਪ੍ਰਚਾਰ ਕਰ ਰਹੀ ਹੈ ਕਿ ਸੂਰਜ, ਚੰਦ ਅਤੇ ਸੱਚ ਨੂੰ ਬਹੁਤੀ ਦੇਰ ਛੁਪਾਇਆ ਨਹੀਂ ਜਾ ਸਕਦਾ। ਜਿਹੜੇ ਲੋਕ ਝੂਠੇ ਇਲਜ਼ਾਮ ਲਾ ਰਹੇ ਨੇ, ਝੂਠ ਫੈਲਾ ਰਹੇ ਨੇ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਆਪਣੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਪੰਜਾਬੀ ਇਸ ਨੂੰ ਯਕੀਨੀ ਬਣਾਉਣਗੇ।
ਇਸ ਤਰ੍ਹਾਂ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਤੇ ਨਾਲ ਹੀ ਇੱਕ ਅਖਬਾਰ ਦੀ ਕਟਿੰਗ ਹੈ ਜਿਹੜੀ ਉਹ ਵੀ ਲਾਈ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਸੀਐਮ ਕੈਂਡੀਡੇਟ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਇੱਕ ਦਿਨ ਪਹਿਲਾਂ ਜਗ੍ਹਾ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਮੇਰੇ ਤੇ ਕੋਈ ਪੱਥਰ ਨਹੀਂ ਵੱਜਿਆ। ਭਗਵੰਤ ਮਾਨ ਧੂਰੀ ਹਲਕੇ ਦੇ ਬੇਨੜਾ ਇਲਾਕੇ ਦੇ ਵਿੱਚ ਆਮ ਲੋਕਾਂ ਨੂੰ ਮਿਲ ਰਹੇ ਸੀ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਤੇ ਕੋਈ ਹਮਲਾ ਨਹੀਂ ਸੀ ਹੋਇਆ। ਇੰਜ ਹੀ ਬਿਨਾ ਮਤਲਬ ਮੈਂ ਆਪਣੇ ਵਿਰੋਧੀਆਂ ਨੂੰ ਕਿਉਂ ਬਦਨਾਮ ਕਰਾਂ। ਉਹ ਇੱਕ ਫੁੱਲ ਹੀ ਸੀ ਜਿਹੜਾ ਥੋੜਾ ਸਖਤ ਸੀ। ਜਿਵੇਂ ਆਮ ਲੋਕ ਮੇਰੇ ਤੇ ਪਿਆਰ ਨਾਲ ਫੁੱਲ ਸਿੱਟ ਰਹੇ ਸੀ, ਉਹ ਵੀ ਇੰਜ ਹੀ ਮੇਰੀ ਅੱਖ ਤੇ ਵੱਜਿਆ ਸੀ। 2 ਮਿੰਟ ਬਾਅਦ ਸਭ ਕੁਝ ਠੀਕ ਠਾਕ ਹੋ ਗਿਆ ਸੀ। ਜਿਸ ਮੁੰਡੇ ਨੇ ਉਹ ਫੁੱਲ ਮਾਰਿਆ ਸੀ ਉਸਨੇ ਮੇਰੇ ਤੋਂ ਮਾਫੀ ਮੰਗ ਲਈ ਹੈ। ਕੋਈ ਮੇਰੇ ਡਲਾ ਨਹੀਂ ਮਾਰਿਆ, ਉਹ ਫੁੱਲ ਸੀਗਾ ਜਿਵੇਂ ਆਹ ਫੁੱਲ ਸਿੱਟਦੇ ਹੋ, ਉਹਦੇ ਵਿੱਚ ਨਾ ਫੁੱਲ ਸੀਗਾ ਇੱਕ ਸਾਵਧਾਨ। ਹਾਂ ਅੱਗੇ ਜਿਵੇਂ ਆਹ ਫੁੱਲ ਹੈ, ਇਹ ਆ ਚੀਜ਼ ਨਾ ਇੱਥੇ ਬੱਜੀ 2 ਮਿੰਟ ਬਾਅਦ ਭਾਫ ਜੀ ਮੈਂ ਦੇ ਲਈ, ਜਿਵੇਂ ਆਪਾਂ ਮੂੰਹ ਨਾਲ ਕਰ ਦਿੰਦੇ ਤੇ ਠੀਕ ਹੋ ਗਿਆ। ਮੈਂ ਕਿਉਂ ਇਲਜ਼ਾਮ ਲਾਵਾਂ ਵਿਰੋਧੀਆਂ ਤੇ ਵੀ। ਫੁੱਲ ਸੀਗਾ, ਉਹ ਮੁੰਡਾ ਵੀ ਮਿਲਿਆ ਬਾਅਦ ਮੈਨੂੰ, ਕਹਿੰਦਾ ਭਾਈ ਜੀ ਮੈਂ ਸੌਰੀ ਮੈਂ ਜ਼ੋਰ ਦੀ ਵੱਜ ਗਿਆ। ਕੋਈ ਗੱਲ ਨਹੀਂ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਬਲਾਚੌਰ ਇਲਾਕੇ ਦੇ ਵਿੱਚ ਪਹੁੰਚੇ। ਰੈਲੀ ਨੂੰ ਸੰਬੋਧਨ ਕੀਤਾ। ਪੰਜਾਬ ਤੇ ਪੰਜਾਬੀਆਂ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿੱਤੇ। ਜੇਪੀ ਨੱਡਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਵਿਕਾਸ ਦੇ ਕੰਮ ਕਰਵਾਏ ਨੇ ਤੇ ਹੁਣ ਲੋਕ ਵੋਟਾਂ ਪਾਉਣ ਵੇਲੇ ਵੀ ਧਿਆਨ ਰੱਖਣ। ਪੰਜਾਬ ਦੇ ਨਾਲ ਆਪਣੇ ਪੁਰਾਣੇ ਸੰਬੰਧਾਂ ਦੀ ਗੱਲ ਕਰਦੇ ਹੋਏ ਨੱਡਾ ਨੇ ਕਿਹਾ ਕਿ ਇਹ ਸ਼ਹੀਦ ਭਗਤ ਸਿੰਘ ਦੀ ਧਰਤੀ ਹੈ, ਇੱਥੇ ਆਉਣਾ ਮੇਰਾ ਸੁਭਾਗ ਹੈ। ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਸਦਕਾ ਹੀ ਦਰਬਾਰ ਸਾਹਿਬ ਦੇ ਲਈ ਵਿਦੇਸ਼ਾਂ ਤੋਂ ਚੜਾਵਾ ਭੇਜਣਾ ਸੌਖਾ ਹੋਇਆ ਹੈ। ਲੰਗਰ ਤੋਂ GST ਹਟਾਉਣਾ ਸਿੱਖ ਧਰਮ ਦੇ ਲਈ ਇੱਕ ਵੱਡੀ ਦੇਣ ਹੈ। ਸਾਡੀ ਸਰਕਾਰ ਦੀ ਕਰਤਾਰਪੁਰ ਸਾਹਿਬ ਕੋਰੀਡੋਰ ਵੀ ਬੀਜੇਪੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਕਾਂਗਰਸ ਦੇ ਵਰਦਿਆਂ ਨੱਡਾ ਨੇ ਕਿਹਾ ਕਿ 84 ਦਾ ਕਤਲੇਆਮ ਕਾਂਗਰਸ ਪਾਰਟੀ ਦੀ ਹੀ ਦੇਣ ਹੈ। MSP ਦੀ ਗੱਲ ਵੀ ਕੀਤੀ ਕਿ 5 ਸਾਲ 'ਚ ਲਗਭਗ 132,80,000 ਮੀਟ੍ਰਿਕ ਟਨ ਤੇ 23,000 ਕਰੋੜ ਰੁਪਏ MSP ਦੇਣ ਦਾ ਕੰਮ ਅਸੀਂ ਇਕੱਲੇ ਪੰਜਾਬ ਦੇ ਵਿੱਚ ਕੀਤਾ ਹੈ। ਨਸ਼ੇ ਤੇ ਵੀ ਬੋਲੇ ਕਿ ਨਸ਼ਾ ਪੰਜਾਬ ਨੂੰ ਘੁਣ ਵਾਂਗ ਖਾ ਰਿਹਾ ਹੈ। ਮੋਦੀ ਦੀ ਅਗਵਾਈ ਦੇ ਵਿੱਚ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਜਾਏਗਾ। ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਭਾਰੀ ਵੋਟਾਂ ਦੇ ਨਾਲ BJP ਨੂੰ ਜਿਤਾਉਣਗੇ। आप निवृत्त माफिया मुक्त पंजाब चाहते हैं कि नहीं चाहते? आप बताइए, ड्रग मुक्त पंजाब चाहते हैं कि नहीं चाहते? आप चाहते हैं विकास युक्त पंजाब चाहते हैं कि नहीं चाहते? आप चाहते हैं ना कि कमीशन समाप्त हो और मिशन के साथ काम हो पंजाब का? ये अगर करना है तो आपको जगदीश जग्गा को लाना है, और जगदीश जग्गा का विधानसभा जाना सिर्फ इसका विधानसभा नहीं जाना है, राजपुरा की विकास की कुंजी को बढ़ाना है और आगे बढ़ाना है। इस बात के लिए हमको काम है। बीजेपी ने अपना चोण मनोरथ पत्र भी जारी कर दिता है। हरदीप सिंह पुरी केंद्रीय मंत्री पहुंचे हुए सी पंजाब दे विच। उन्हां ने ते होर वड्डे लीडरां ने ये जिहड़ा चोण मनोरथ पत्र जलंधर दे विच जारी कर दिता है। 11 संकल्प ने जिहड़े ओह दित्ते ने। बेअदबी दे लई जीरो सहनशीलता दी नीति अपनाई जाएगी। बेअदबी दे मामलों की तेजी नाल जांच लई विशेष टास्क फोर्स ते फास्ट ट्रैक अदालतां दी स्थापना होएगी। बेअदबी खिलाफ बने कानून सख्ती नाल लागू होणगे। नशियां दी रोकथाम लई टोल फ्री हैल्पलाइन शुरू करांगे। नशीले पदार्थां दी विक्री दी शिकायत करन ते नगद इनाम दित्ते जाणगे। सूबे दे सरकारी विभागां विच सारीआं खाली सामियां सरकार बनदे 1 साल दे अंदर अंदर भरीआं जाणगीआं। पंजाब दे बेरोजगार ग्रैजुएटां नूं डिग्री पूरी होण तों बाद 22 साल दी उम्र तक 4000 रुपये प्रति महीना बेरोजगारी भत्ता दित्ता जावेगा। 5 एकड़ तो घट जमीन वाले सारे किसानां दा खेती कर्जा माफ किया जाऊगा। केंद्र सरकार दे वल्लों दित्ती जा रही MSP व्यवस्था का विस्तार करते हुए फलां सब्जियां दालां ते होर फसलां ते भी MSP जिहड़ी है यकीनी बनाई जाएगी। इस तरह बजुर्गां समेत जिहड़ी होर पेंशनां मिलदियां ने, बुढ़ापा पेंशन दे नाल-नाल दिव्यांग ते विधवा पेंशन ਉਹ 3000 रुपये प्रति महीना करती जाऊगी। सारिਆਂ ਨੂੰ 300 यूनिट तक मुफ्त बिजली, 3 रुपये प्रति यूनिट ही बिजली है जिहड़ी ਉਹ मिलेगी। कीमत है जिहड़ी घटा दी जाएगी। औरतां दे लई पुलिस दे विच 33% राखवांकरण होएगा। औरतां विरुद्ध अपराधां दी रोकथाम लई विशेष महिला थाणे ने जिहड़े ਉਹ स्थापित कीते जाणगे। सूबे दे विच उत्तम दर्जे दे स्मार्ट स्कूल बनाए जाणगे। आधुनिक क्लासरूम, कंप्यूटर प्रयोगशालावां ते खेड मैदान होणगे। सूबे दे नुकसान दे उत्ते एक वाइट पेपर लिआंदा जावेगा। प्रभावित उद्योगां नूं विशेष राहत पैकेज दित्ता जाएगा। सो मैनीफेस्टो दे विच तां जो भी जिहड़ी भी पार्टी वल्लों दित्ता जांदा है उस नूं सुण के लगदा हुंदा है कि पंजाब
ਬਹੁਤ ਹੀ ਸੋਹਣਾ ਬਣ ਜਾਣਾ ਹੈ, ਪੰਜਾਬ ਪਹਿਲਾਂ ਵਰਗਾ ਬਣ ਜਾਣਾ ਹੈ, ਆਤਮ ਨਿਰਭਰ ਬਣ ਜਾਣਾ ਹੈ, ਪੰਜਾਬ ਦੇ ਵਿੱਚੋਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਪਰ ਜਦੋਂ ਸਰਕਾਰ ਆਉਂਦੀ ਹੈ 5 ਸਾਲ ਲੋਕ ਵਿਲਕਦੇ ਰਹਿ ਜਾਂਦੇ ਨੇ, ਹੁੰਦਾ ਫਿਰ ਵੀ ਕੁਝ ਨਹੀਂ। ਆਸ ਜ਼ਰੂਰ ਕਰਦੇ ਹਾਂ ਕਿ ਜਿਹੜੀ ਵੀ ਪਾਰਟੀ ਜਿੱਤੇ ਉਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇ। ਇਸ ਮੌਕੇ ਕੌਮੀ ਪ੍ਰਧਾਨ ਬੀਜੇਪੀ ਦੇ ਜੇਪੀ ਨੱਡਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਪੰਜਾਬੀ ਗਾਇਕ ਜੱਸੀ ਜਸਰਾਜ ਵੀ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਪਾਰਟੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਲੜ ਰਹੀ ਹੈ, 92-93 ਸੀਟਾਂ ਤੇ ਇਹਨਾਂ ਦੇ ਉਮੀਦਵਾਰ ਵੋਟਾਂ ਲੜ ਰਹੇ ਨੇ। ਸਿਮਰਨਜੀਤ ਸਿੰਘ ਮਾਨ ਖੁਦ ਅਮਰਗੜ੍ਹ ਹਲਕੇ ਤੋਂ ਚੋਣ ਲੜ ਰਹੇ ਨੇ, ਫਸਵੀਂ ਟੱਕਰ ਦੇ ਰਹੇ ਨੇ ਵਿਰੋਧੀਆਂ ਨੂੰ। ਉਹਨਾਂ ਨੇ ਆਪਣੇ ਮੁੱਦਿਆਂ ਬਾਰੇ ਬੋਲਦਿਆਂ ਕਿਹਾ ਦਾ ਖਾਲਸ ਟੀਵੀ ਤੇ ਕਿ ਸਾਡਾ ਮੁੱਦਾ ਆਜ਼ਾਦੀ ਹੈ। ਜਿੰਨਾ ਚਿਰ ਤੱਕ ਅਸੀਂ ਕੇਂਦਰ ਸਰਕਾਰ ਤੋਂ ਮੁਕਤ ਨਹੀਂ ਹੁੰਦੇ ਅਸੀਂ ਪੰਜਾਬ ਨੂੰ ਖੁਸ਼ਹਾਲ ਨਹੀਂ ਬਣਾ ਸਕਦੇ। ਕਹਿੰਦੇ ਸਾਡੀ ਸਰਕਾਰ ਜਦੋਂ ਆਊਗੀ ਤਾਂ ਅਸੀਂ ਪੰਜਾਬ ਨੂੰ ਆਰਥਿਕ ਪੱਖੋਂ ਖੁਸ਼ਹਾਲ ਰੱਖਣ ਦੇ ਲਈ, ਬਣਾਉਣ ਦੇ ਲਈ ਬਾਰਡਰ ਖੋਲ ਦਿਆਂਗੇ। ਪਾਕਿਸਤਾਨ ਤੇ ਹੋਰ ਮੁਲਕਾਂ ਦੇ ਨਾਲ ਜਦੋਂ ਵਪਾਰ ਵਧੂਗਾ, ਲੋਕਾਂ ਨੂੰ ਆਪਣੇ ਉਤਪਾਦਨ ਕੀਤੀਆਂ ਚੀਜ਼ਾਂ ਦਾ ਸਹੀ ਮੁੱਲ ਮਿਲੂਗਾ ਤਾਂ ਪੰਜਾਬ ਆਪਣੇ ਆਪ ਖੁਸ਼ਹਾਲ ਹੋ ਜਾਊਗਾ। ਹੋਰ ਵੀ ਬਹੁਤ ਸਾਰੇ ਵਾਅਦੇ ਦਾਅਵੇ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਕੀਤੇ ਨੇ। ਇਸ ਮੌਕੇ ਅਸੀਂ ਸਿਮਰਨਜੀਤ ਸਿੰਘ ਮਾਨ ਤੋਂ ਇੱਕ ਸਵਾਲ ਪੁੱਛਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਸੀਐਮ ਕੈਂਡੀਡੇਟ ਵੱਖ-ਵੱਖ ਪਾਰਟੀਆਂ ਦੇ ਨੇ ਉਹਨਾਂ ਦੇ ਵਿੱਚੋਂ ਕਿਹੜਾ ਤੁਹਾਨੂੰ ਕਾਬਿਲ ਲੱਗਦਾ ਹੈ, ਯੋਗ ਲੱਗਦਾ ਹੈ, ਕਿਹੜਾ ਆਉਣਾ ਚਾਹੀਦਾ ਹੈ, ਤਾਂ ਸਿਮਰਨਜੀਤ ਸਿੰਘ ਮਾਨ ਨੇ ਜੋ ਜਵਾਬ ਦਿੱਤਾ ਉਹ ਉਹਨਾਂ ਦੇ ਮੂੰਹੋਂ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਦੇ ਵਿੱਚ ਜਿਹੜੀਆਂ ਜਿੰਨੇ ਵੀ ਸੀਐਮ ਚਿਹਰੇ ਐਲਾਨੇ ਗਏ ਨੇ ਉਹਨਾਂ ਦੇ ਵਿੱਚੋਂ ਕਿਹੜਾ ਤੁਹਾਨੂੰ ਲਾਇਕ ਲੱਗਦਾ ਹੈ? ਭਗਵੰਤ ਮਾਨ, ਬਲਵੀਰ ਸਿੰਘ ਰਾਜੇਵਾਲ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ? ਮੈਂ ਤਾਂ ਇਸ ਚ ਹੈ ਨਹੀਂ ਜੀ, ਇਹ ਤਾਂ ਬਾਕੀਆਂ ਦਾ। ਇਹਨਾਂ ਚਾਰਾਂ ਦੇ ਵਿੱਚੋਂ ਕਾਬਿਲ ਕਿਹੜਾ ਲੱਗਦਾ ਤੁਹਾਨੂੰ ਸੀਐਮ ਦੇ ਅੱਜ ਦੇ ਹਾਲਾਤਾਂ ਦੇ ਮੁਤਾਬਿਕ? ਤੁਹਾਨੂੰ ਮਤਲਬ ਹੈ ਗਧਿਆਂ ਦੇ ਵਿੱਚੋਂ ਦੇਖੀਏ ਘੋੜਾ ਕਿਹੜਾ? ਹਾਂਜੀ ਇਹ ਤੁਸੀਂ ਕਿਹਾ, ਮੈਂ ਨਹੀਂ ਕਦੇ ਕਿਹਾ। ਤੇ ਸਿਮਰਨਜੀਤ ਸਿੰਘ ਮਾਨ ਦਾ ਪੂਰਾ ਇੰਟਰਵਿਊ ਤੁਸੀਂ ਦਾ ਖਾਲਸ ਟੀਵੀ ਦੇ YouTube ਅਤੇ Facebook ਪੇਜ ਤੇ ਜਾ ਕੇ ਸੁਣ ਸਕਦੇ ਹੋ, Instagram ਪੇਜ ਤੇ ਵੀ ਜਾ ਕੇ ਤੁਸੀਂ ਸੁਣ ਸਕਦੇ ਹੋ। ਸੰਯੁਕਤ ਸਮਾਜ ਮੋਰਚੇ ਦੇ ਸੀਐਮ ਕੈਂਡੀਡੇਟ ਬਲਵੀਰ ਸਿੰਘ ਰਾਜੇਵਾਲ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਰਾਜੇਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਸਾਰੀਆਂ 32 ਜਥੇਬੰਦੀਆਂ ਸਾਡੇ ਨਾਲ ਨੇ, ਅੰਦਰ ਖਾਤੇ ਸਾਡੇ ਨਾਲ ਮਿਲ ਕੇ ਚੱਲ ਰਹੀਆਂ ਨੇ। ਕੇਜਰੀਵਾਲ ਤੇ ਫੇਰ ਟਿਕਟਾਂ ਵੇਚਣ ਦੇ ਇਲਜ਼ਾਮ ਲਾਏ ਨੇ ਰਾਜੇਵਾਲ ਨੇ। ਅੱਜ ਸਾਰਿਆਂ ਦਾ ਕੇਡਰ ਸਾਨੂੰ ਸਪੋਰਟ ਕਰ ਰਿਹਾ ਔਰ ਇੱਥੇ ਤੱਕ ਹੈ ਵੀ ਉਹਨਾਂ ਦੇ ਜੂਨੀਅਰ ਕੇਡਰ ਦੇ ਜਿਹੜੇ ਲੋਕ ਨੇ ਹੁਣ ਸਾਡੇ ਤੋਂ ਟਿਕਟਾਂ ਲੈ ਕੇ ਇਲੈਕਸ਼ਨ ਲੜ ਰਹੇ ਨੇ। ਅੱਛਾ, 32 ਕਿਸਾਨ ਜਥੇਬੰਦੀਆਂ ਨਾਲ ਨੇ ਤੁਹਾਡੇ? ਨਾਲ ਨੇ, ਉਹ ਇਲੈਕਸ਼ਨ ਲੜ ਰਹੇ ਨੇ। ਅੱਛਾ, ਬਹੁਤ ਸਾਰੀਆਂ ਸੀਟਾਂ ਤੇ ਉਹਨਾਂ ਦੇ ਕੈਂਡੀਡੇਟ ਨੇ ਜੀ, ਪਰ ਕਈ ਕਿਸਾਨ ਲੀਡਰ ਕਹਿੰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਮਜਬੂਰੀ ਹੈ, ਵਿਚਾਰਿਆਂ ਨੂੰ ਕੁਝ ਨਾ ਕੁਝ ਕਹਿਣਗੇ, ਉਹ ਉਹਨਾਂ ਦੀ ਮਜਬੂਰੀ ਹੈ। ਪਰ ਕੋਈ ਇਹ ਵੀ ਨਹੀਂ ਸਖਤੀ ਨਾਲ ਕਹਿੰਦਾ ਆਪਣੇ ਵਰਕਰਸ ਨੂੰ ਵੀ ਨਾ ਮਦਦ ਕਰੋ, ਵਰਕਰ ਸਾਡੇ ਨਾਲ ਤੁਰੇ ਹੋਏ ਨੇ। ਤੇ ਬਲਵੀਰ ਸਿੰਘ ਰਾਜੇਵਾਲ ਦਾ ਇਹ ਦਾਅਵਾ ਕਿ 32 ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਨੇ, ਸਿਆਸੀ ਪਿੜ ਦੇ ਵਿੱਚ ਨੇ, ਅੰਦਰ ਖਾਤੇ ਸਪੋਰਟ ਕਰ ਰਹੀਆਂ ਨੇ, ਤਾਂ ਇਹ ਉਦੋਂ ਖੋਖਲਾ ਹੋ ਜਾਂਦਾ ਹੈ, ਥੋਥਾ ਸਾਬਿਤ ਹੁੰਦਾ ਜਦੋਂ ਮਾਨਸਾ ਤੋਂ ਆਪਣੇ ਕੋਲੇ ਖਬਰ ਪਹੁੰਚ ਰਹੀ ਹੈ ਜਿੱਥੇ ਪੰਜਾਬ ਕਿਸਾਨ ਯੂਨੀਅਨ ਨੇ ਵਿਧਾਨ ਸਭਾ ਚੋਣਾਂ ਦੇ ਵਿੱਚੋਂ ਆਪਣਾ ਉਮੀਦਵਾਰ ਗੁਰਨਾਮ ਸਿੰਘ ਭਿੱਖੀ ਉਸ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਅਤੇ ਬੀਜੇਪੀ ਦੇ ਭਾਈਵਾਲਾਂ ਦੇ ਉਮੀਦਵਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ ਹੈ। ਰੁਲਦੂ ਸਿੰਘ ਨੇ ਦੱਸਿਆ ਹੈ ਕਿ ਮਸਲਾ ਹੈ ਲਖੀਮਪੁਰ ਖੀਰੀ ਕਤਲकांड ਦੇ ਮੁੱਖ ਦੋਸ਼ੀ ਨੂੰ ਬਚਾਉਣ ਦਾ ਰੋਸ ਤੇ ਬਾਕੀ ਜਿਹੜੀਆਂ ਸਾਰੀਆਂ ਸਾਡੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਉਸ ਤੋਂ ਬੀਜੇਪੀ ਮੁੱਕਰ ਗਈ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਇਸ ਕਰਕੇ ਅਸੀਂ ਇਹ ਚੋਣਾਂ ਨਹੀਂ ਲੜਾਂਗੇ। ਸਾਡੇ ਕਿੰਨੇ ਸਿੱਖ ਬੰਦੀ ਆ ਜਿਹੜੇ ਉਹ ਅੰਦਰ ਨੇ, ਬਹੁਤ ਸਾਰੇ ਬੁੱਧੀਜੀਵੀ, ਪੱਤਰਕਾਰ, ਅਗਾਂਹਵਧੂ ਲੋਕ ਜਿਨ੍ਹਾਂ ਨੇ ਵੀ ਮੋਦੀ ਦੇ ਖਿਲਾਫ ਜ਼ਬਾਨ ਖੋਲੀ, ਉਹ ਮੰਨ ਲਓ ਬੇਮਤਲਬਾ ਫੜ ਕੇ ਅੰਦਰ ਕੀਤੇ ਹੋਏ ਨੇ। ਸਾਡੇ ਬਹੁਤ ਸਾਰੇ ਪੰਜਾਬ ਦੇ ਸਿੱਖ ਬੰਦੀ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਤੇ ਅਦਾਲਤਾਂ ਚੁੱਪ ਨੇ, ਉਹਨਾਂ ਨੂੰ ਛੱਡਣ ਦੀ ਗੱਲ ਨਹੀਂ ਕਰ ਰਹੀਆਂ, ਪਰ ਸਰਕਾਰ ਦੇ ਦਬਾਅ ਹੇਠ ਆ ਕੇ ਆਹ ਸਾਰਾ ਕੁਝ ਉਹਨਾਂ ਨੇ ਕੀਤਾ। ਸੋ ਅਸੀਂ ਅਦਾਲਤਾਂ ਨੂੰ ਰੋਸ ਦਿਖਾਉਣ ਵਾਸਤੇ ਵੀ ਜਦੋਂ ਤੁਸੀਂ ਇਹੋ ਜਿਹੇ ਗਲਤ ਕੰਮ ਕਰ ਰਹੇ ਹੋ ਤਾਂ ਫਿਰ ਕਾਨੂੰਨ ਨੂੰ ਲਾਗੂ ਕੌਣ ਕਰਾਊਗਾ, ਇਸ ਏਰਜ ਵਜੋਂ ਅਸੀਂ ਚੋਣ ਮੈਦਾਨ ਤੋਂ ਬਾਹਰ ਆਏ। ਨਹੀਂ, ਉਹ ਤਾਂ ਜਦੋਂ ਅਸੀਂ ਅੰਦੋਲਨ ਦੇ ਵਿੱਚ ਬੈਠੇ ਸੀ ਬਹੁਤ ਸਾਰੇ ਲੋਕ ਤਾਂ ਸਾਨੂੰ ਉੱਥੇ ਵੀ ਕਹਿੰਦੇ ਸੀ ਇਹ ਵਿਕ ਜਾਣਗੇ ਜੀ, ਇਹ ਬੁੱਢੀ ਲੀਡਰਸ਼ਿਪ ਹੈ, ਇਹ ਕਮਰਿਆਂ 'ਚ ਬੈਠ ਕੇ ਮੰਨ ਲਓ ਮੀਟਿੰਗਾਂ ਕਰਦੇ ਨੇ, ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਜਿਹਨੇ ਸਾਨੂੰ ਗਾਲਾਂ ਦੇਣੀਆਂ ਸੀ ਉਹਨੇ ਉਦੋਂ ਵੀ ਦਿੱਤੀਆਂ, ਜਿਹਨੇ ਹੁਣ ਚੰਗਾ ਮਾੜਾ ਕਹਿਣਾ ਉਹਨੇ ਹੁਣ ਵੀ ਕਹਿਣਾ। ਮੈਂ 22 ਦਿਨ ਚੋਣ ਪ੍ਰਚਾਰ ਕੀਤਾ, ਮੈਨੂੰ ਕਿਸੇ ਵੀ ਕਿਸਾਨ ਨੇ ਜਾਂ ਕਿਸੇ ਨੌਜਵਾਨ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ। ਪੂਰਾ ਆਪਦੇ ਠਰਮੇ ਨਾਲ, ਤੁਸੀਂ ਵੀ ਬੈਠਾਂ ਕੀਤੀਆਂ, ਪੂਰਾ ਆਪਦੇ ਠਰਮੇ ਨਾਲ ਗੱਲਬਾਤ ਰੱਖਦੇ ਰਹੇ ਵੀ ਅਸੀਂ ਆਹ ਚਾਹੁੰਦੇ ਹਾਂ ਭਾਈ
ਸੋ ਐਸੀ ਕੋਈ ਦਿੱਕਤ ਪਹਿਲਾਂ ਨਹੀਂ ਆਈ। ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਾਕਟਰ BR ਅੰਬੇਡਕਰ ਦੇ ਜੀਵਨ ਤੇ ਨਾਟਕ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਦੱਸਿਆ ਕਿ ਨਾਟਕ 25 ਫਰਵਰੀ ਤੋਂ ਲੈ ਕੇ 12 ਮਾਰਚ ਤੱਕ ਰੋਜ਼ਾਨਾ ਦਿੱਲੀ ਦੇ ਜਵਾਹਰ ਲਾਲ ਸਟੇਡੀਅਮ ਦੇ ਵਿੱਚ ਦਿਖਾਏ ਜਾਣਗੇ। ਰੋਜ਼ਾਨਾ 2 ਸ਼ੋਅ ਹੋਣਗੇ। ਸੀਟਾਂ ਸੀਮਿਤ ਨੇ, ਇਸ ਲਈ ਪਹਿਲਾਂ ਬੁਕਿੰਗ ਕਰਨੀ ਹੋਵੇਗੀ। ਪੰਜਾਬ ਦੇ ਵਿੱਚ ਚੋਣਾਂ ਦੌਰਾਨ ਸੌਦਾ ਸਾਧ ਦੇ ਪੈਰੋਲ ਤੇ ਬਾਹਰ ਆ ਜਾਣ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਅਜਿਹੇ ਮੌਕੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਤੋਂ ਠੀਕ 2 ਦਿਨ ਪਹਿਲਾਂ ਡੇਰਾ ਕੋਈ ਫੈਸਲਾ ਲਵੇਗਾ ਕਿ ਕਿਹੜੀ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਕਰਨਾ ਹੈ ਜਾਂ ਫਿਰ ਨਹੀਂ ਕਰਨਾ। ਪਰ ਇਸ ਤੋਂ ਪਹਿਲਾਂ ਹੀ ਸਿਆਸੀ ਵਿੰਗ ਦੇ ਅਹੁਦੇਦਾਰਾਂ ਦੀ ਡੇਰਾ ਮੁਖੀ ਦੇ ਨਾਲ ਬੈਠਕ ਹੋਣ ਦੀ ਵੀ ਉਮੀਦ ਹੈ। ਪੰਜਾਬ ਤੋਂ ਸਿਰਸਾ ਡੇਰੇ ਦੇ ਵਿੱਚ 50 ਤੋਂ ਵੱਧ ਉਮੀਦਵਾਰ ਮੱਥਾ ਟੇਕ ਚੁੱਕੇ ਨੇ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਨੂੰ ਲੈ ਕੇ ਕਿੰਨੀਆਂ ਜਿਹੜੀਆਂ ਐਕਟਿਵ ਨੇ ਤੇ ਕਿੰਨੀ ਹਲਚਲ ਹੈ ਕਿ ਡੇਰਾ ਸਿਰਸਾ ਕਿਸ ਦਾ ਸਮਰਥਨ ਕਰੇਗਾ। ਪੈਰੋਲ ਮਿਲਣ ਤੋਂ ਬਾਅਦ ਡੇਰਾ ਸਿਰਸਾ ਦੇ ਮੁਖੀ ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ। ਉਹ ਗੁਰੂਗ੍ਰਾਮ ਦੇ ਡੇਰੇ ਦੇ ਵਿੱਚ ਹੀ ਮੌਜੂਦ ਹੈ। ਸੈਕਟਰ 50 ਦੇ ਵਿੱਚ ਇੱਕ ਡੇਰਾ ਬਣਿਆ ਹੋਇਆ ਨਾਮ ਚਰਚਾ ਘਰ, ਉੱਥੇ ਡੇਰਾ ਮੁਖੀ ਮੌਜੂਦ ਹੈ ਆਪਣੇ ਪਰਿਵਾਰ ਦੇ ਨਾਲ। ਪ੍ਰਸ਼ਾਸਨ ਨੇ ਇੰਨਾ ਸਖਤ ਪਹਿਰਾ ਲਾਇਆ ਹੋਇਆ ਹੈ ਕਿ ਇੱਥੇ ਆਸ-ਪਾਸ ਦੇ ਘਰਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਛੱਤਾਂ ਤੇ ਵੀ ਚੜ੍ਹਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਅਸਲਾ, ਨਕਦੀ ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਨੇ। ਵਿਸਫੋਟਕ ਸਮੱਗਰੀ, ਹਥਿਆਰ, ਗੋਲਾ ਬਾਰੂਦ, ਨਸ਼ੀਲੇ ਪਦਾਰਥ, ਨਜਾਇਜ਼ ਸ਼ਰਾਬ ਅਤੇ ਬੇਹਿਸਾਬ ਨਕਦੀ ਜ਼ਬਤ ਕੀਤੀ ਹੈ ਅਤੇ ਵੱਖ-ਵੱਖ ਥਾਣਿਆਂ ਦੇ ਵਿੱਚ 96 ਜਣਿਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਵੀ ਰੱਖਿਆ ਗਿਆ ਹੈ। ਐਸਐਸਪੀ ਕਮਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ 299 ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ। 8 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸਖਤੀ ਦੇ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਅਗਲੀ ਖਬਰ ਘਿਨਾਉਣੀ ਕਰਤੂਤ ਦੇ ਨਾਲ ਜੁੜੀ ਹੋਈ ਹੈ। ਮੱਧ ਪ੍ਰਦੇਸ਼ ਤੋਂ ਖਬਰ ਹੈ, ਜਿੱਥੇ ਇਟਾਰਸੀ ਰੇਲਵੇ ਸਟੇਸ਼ਨ ਦੇ ਨੇੜੇ ਸ਼ੁੱਕਰਵਾਰ ਰਾਤ ਨੂੰ ਚੱਲਦੀ ਟ੍ਰੇਨ ਦੀ ਪੈਂਟਰੀ ਕਾਰ ਦੇ ਵਿੱਚ 21 ਸਾਲਾ ਲੜਕੀ ਦੇ ਨਾਲ ਕਥਿਤ ਤੌਰ ਤੇ ਬਲਾਤਕਾਰ ਕੀਤਾ ਗਿਆ। ਜੀਆਰਪੀ ਭੋਪਾਲ ਦੇ ਐਸਪੀ ਹਿਤੇਸ਼ ਚੌਧਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਨੂੰ ਯਸ਼ਵੰਤਪੁਰ ਬੰਗਲੌਰ ਤੋਂ ਹਜ਼ਰਤ ਨਿਜ਼ਾਮੂਦੀਨ ਦਿੱਲੀ ਜਾ ਰਹੀ ਸੰਪਰਕ ਕ੍ਰਾਂਤੀ ਰੇਲ ਗੱਡੀ ਦੀ ਪੈਂਟਰੀ ਕਾਰ ਦੇ ਵਿੱਚ ਇਹ ਘਟਨਾ ਵਾਪਰੀ ਹੈ। ਝਾਂਸੀ ਰੇਲਵੇ ਸਟੇਸ਼ਨ ਤੇ ਮੁਲਜ਼ਮ ਨੂੰ ਫੜ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਪੀੜਤ ਭੁਸਾਵਲ ਮਹਾਰਾਸ਼ਟਰ ਤੋਂ ਰੇਲ ਗੱਡੀ ਦੇ ਏਸੀ ਕੋਚ ਵਿੱਚ ਨਾਜਾਇਜ਼ ਢੰਗ ਨਾਲ ਯਾਤਰਾ ਕਰ ਰਹੀ ਸੀ। ਪੀੜਤ ਕੁੜੀ ਅਤੇ ਰੇਲਵੇ ਕਰਮਚਾਰੀ ਨੇ ਉਸ ਨੂੰ ਜਨਰਲ ਕੋਚ ਦੇ ਵਿੱਚ ਜਾਣ ਲਈ ਕਿਹਾ ਸੀ। ਜਨਰਲ ਕੋਚ ਦੇ ਵਿੱਚ ਜਾਣ ਦੀ ਬਜਾਏ ਪੈਂਟਰੀ ਕਾਰ ਦੇ ਵਿੱਚ ਚਲੀ ਗਈ, ਜਿੱਥੇ ਵੈਂਡਰ ਨੇ ਉਸ ਨਾਲ ਕਥਿਤ ਤੌਰ ਤੇ ਬਲਾਤਕਾਰ ਕੀਤਾ। ਚੌਧਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੀੜਤਾ ਬੇਸੁੱਧ ਹੋਈ ਭੋਪਾਲ ਸਟੇਸ਼ਨ ਤੇ ਉਤਰ ਗਈ। ਘਟਨਾ ਦੀ ਜਾਣਕਾਰੀ ਜੀਆਰਪੀ ਨੂੰ ਦਿੱਤੀ। ਅੱਧਾ ਘੰਟਾ ਭੋਪਾਲ ਵਿੱਚ ਰੁਕਣ ਤੋਂ ਬਾਅਦ ਰੇਲ ਗੱਡੀ ਰਵਾਨਾ ਕਰ ਦਿੱਤੀ ਅਤੇ ਪੁਲਿਸ ਨੇ ਕੁਝ ਵੈਂਡਰਾਂ ਨੂੰ ਪੁੱਛ ਪੜਤਾਲ ਲਈ ਭੋਪਾਲ ਦੇ ਵਿੱਚ ਉਤਾਰ ਲਿਆ ਸੀ ਅਤੇ ਮੁਲਜ਼ਮ ਝਾਂਸੀ ਰੇਲਵੇ ਸਟੇਸ਼ਨ ਤੇ ਫੜ ਲਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।